जग पंजाबी टीवी वेखना सारे ही सत्कारयोग दर्शकों सतविंदर सिंह वालों प्यार भरी सत श्री अकाल जी। तो मेरे नाल ने राज धालीवाल जी। राज जी तुहाडा बहुत बहुत स्वागत है जी। सत श्री अकाल जी सारे सुनने वाले देखने वाले मेरे वालों सत श्री अकाल ते तुहानू भी सत श्री अकाल जी। तो दोस्तों जिवें तुसीं जानते हो कि असीं कनेडा की इकोनमी खास करके अल्बर्टा की इकोनमी जिहड़ी हैगी आ वो ऑयल एंड गैस के उत्ते बहुत डिपेंडेंट हैगी आ। कोरोना वायरस के चक्करां दे विच जिहड़ा है ऑयल प्राइसिस बहुत डाउन आ गए ने। उहदे कई कारण हैगे ने, राज होना कोल आपां पुछांगे भी की कारण हैगे ने ते इस जिहड़ा हैगा भी चक्कर दे विचों किस तरह निकलिया जांदा। अज दा साडी गलबात दा फोकस यही रहेगा कि अल्बर्टनस जिहड़े हैगे ने जां अल्बर्टा जिहड़ा हैगा कि वो किस तरह ऑयल की डिपेंडेंसी तो जिहड़ा हैगा कि निजात पा सकदा हैगा। पर थोड़ियां जिहियां बेसिक गल्लां भी राज होना कोल समझण दी कोशिश करांगे। राज जी सब तो पहलां तो यही दसो सानू कि जिवें हुण पिछे जी बड़ा रौला पिया हैगा कि अल्बर्टा दे जिहड़े ऑयल प्राइसिस सी वो मतलब नैगेटिव दे विच चले गए। इहदा की भाव हैगा नैगेटिव दे विच चले जांदे? एक्चुअली गए भी हैगे कि जां उदां ही रौला ज़्यादा सी? नहीं जी देखो ਜਿਹੜੇ ऑयल प्राइसिस ਹੁੰਦੀਆਂ ਮੈਂ ਦੋ ਤਰੀਕਿਆਂ ਨਾਲ ਹੁੰਦੀਆਂ ਡਿਸਾਈਡ। ਇੱਕ ਤਾਂ ਸਪॉट प्राइसिस ਤੇ ਇੱਕ ਫਿਊਚਰਸ। ਹੋਇਆ ਕੀ ਸੀ ਪਿੱਛੇ ਜੇ ਨਿਊਜ਼ ਆਈ ਸੀਗੀ ਪਿਛਲੇ ਮੰਡੇ ਟਿਊਜ਼ਡੇ ਨੂੰ ਕਿ ਨੈਗੇਟਿਵ ਦੇ ਵਿੱਚ ਚਲੀਆਂ ਗਈਆਂ। ਹੋਇਆ ਕਿ ਜਿਹੜਾ WTI ਆ ਵੈਸਟ ਟੈਕਸਸ ਇੰਟਰਮੀਡੀਏਟ ਉਹਦੀਆਂ ਪ੍ਰਾਈਸਿਸ ਨੈਗੇਟਿਵ ਦੇ ਵਿੱਚ ਚਲੀਆਂ ਗਈਆਂ ਸੀ ਕਿਉਂਕਿ ਤੇ ਦੂਸਰਾ ਕਿਉਂਕਿ ਵੈਸਟਰਨ ਕੈਨੇਡੀਅਨ ਸਿਲੈਕਟ ਉਹਦੇ ਨਾਲ ਰਿਲੇਟਡ ਹੁੰਦਾ ਵਾ ਤੇ ਇਸ ਕਰਕੇ ਵੈਸਟਰਨ ਕੈਨੇਡੀਅਨ ਸਿਲੈਕਟ ਦੀ ਵੀ ਥੋੜਾ ਜਿਹਾ ਨੈਗੇਟਿਵ ਦੇ ਵਿੱਚ ਚਲਿਆ ਗਿਆ ਸੀ। ਹੁਣ ਹੋਇਆ ਕਿ ਫਿਊਚਰਸ ਦੇ ਵਿੱਚ ਜਿੱਦਾਂ ਆਪਾਂ ਖੜੇ ਹੈਗੇ ਆ ਤੁਹਾਨੂੰ ਇੱਕ ਬੈਰਲ ਚਾਹੀਦਾ ਵਾ ਤੁਸੀਂ ਮੇਰੇ ਨਾਲ ਫਿਊਚਰ ਕੰਟਰੈਕਟ ਸਾਈਨ ਕਰ ਲਿਆ ਕਿ ਰਾਜ ਮੈਂ ਇੱਕ ਬੈਰਲ ਚਾਹੀਦਾ ਮੈਂ ਕਹੂੰਗਾ ਜੀ ਓਕੇ ਮੈਂ ਤੁਹਾਨੂੰ $15 ਚਾਹੀਦਾ ਮਈ ਦੇ ਵਿੱਚ ਹੈਗਾ ਜਾਂ 2 ਬਿਲਕੁਲ ਮਹੀਨੇ ਫਿਊਚਰ ਦੇ ਵਿੱਚ ਹਾਂਜੀ ਫਿਊਚਰ ਦੇ ਵਿੱਚ ਚਾਹੇ ਅਗਲੇ ਮਹੀਨੇ ਹੈਗਾ ਜਿਸ ਦਿਨ ਮੈਂ ਤੁਹਾਨੂੰ ਉਹ ਡਿਲੀਵਰੀ ਦੇਣੀ ਹੈ ਇੱਕ ਬੈਰਲ ਦੀ ਡਸਨਟ ਮੈਟਰ ਪ੍ਰਾਈਸ ਕੀ ਹੈ ਚਾਹੇ $30 ਆ ਤੇ ਭਾਵੇਂ $10 ਮੈਂ ਤੁਹਾਡੇ ਤੋਂ $15 ਲੈ ਲੈਣੇ ਆ। ਠੀਕ ਆ। ਉਸ ਤੋਂ ਬਾਅਦ ਹੋਇਆ ਕਿ ਜਦੋਂ ਇਹ ਜਿਹੜੇ ਮਈ ਦੇ ਫਿਊਚਰ ਸੀਗੇ ਐਕਸਪਾਇਰ ਹੋ ਰਹੇ ਸੀ ਮੰਡੇ ਟਿਊਜ਼ਡੇ ਨੂੰ। ਹੁਣ ਇਸ਼ੂ ਕੀ ਹੁੰਦਾ ਵਾ ਜਦੋਂ ਇਹ ਐਕਸਪਾਇਰ ਹੁੰਦੇ ਨੇ ਤੇ ਡਿਲੀਵਰੀ ਜਿਹੜੀ ਆ ਉਹ ਕਸ਼ਿੰਗ ਓਕਲਾਹੋਮਾ ਦੇ ਵਿੱਚ ਡਿਊ ਹੁੰਦੀ ਹੈਗੀ ਆ 1000 ਬੈਰਲਸ ਔਰ ਵਾਟਐਵਰ। ਉੱਥੇ ਕਸ਼ਿੰਗ ਓਕਲਾਹੋਮਾ ਦੇ ਵਿੱਚ ਸਟੋਰੇਜ ਕਪੈਸਿਟੀ ਜਿਹੜੀ ਹੈ ਟੋਟਲ 93 ਮਿਲੀਅਨ ਬੈਰਲਸ ਹੈਗੀ ਹੈ ਜਿਸ ਚੋਂ 70% ਇਸ ਵਕਤ ਯੂਟਿਲਾਈਜੇਸ਼ਨ ਤੇ। ਉੱਥੇ ਜਿਹੜੀ ਸਟੋਰੇਜ ਕਪੈਸਿਟੀ ਉਹ ਇੰਨੀ ਘਟ ਰਹੀ ਸੀ ਕਿ ਇੱਕਦਮ ਜਿਹੜੇ ਟ੍ਰੇਡਰ ਸੀ ਉਹ ਪੈਨਿਕ ਕਰ ਗਏ ਕਿ ਜੇ ਸਾਨੂੰ ਡਿਲੀਵਰੀ ਲੈਣੀ ਪੈ ਗਈ ਅਸੀਂ ਸਟੋਰ ਕਿੱਥੇ ਕਰਾਂਗੇ ਤੇ ਉਹਨਾਂ ਨੇ ਨੈਗੇਟਿਵ ਸੈਲ ਆਫ ਜਿਹੜੇ ਭਾਅ ਵਿਕਦਾ ਵੀ ਕੱਢਦੇ ਹਾਂ ਬਿਲਕੁਲ ਉਹਦੇ ਕਰਕੇ ਇੰਨਾ ਨੈਗੇਟਿਵ ਪ੍ਰੈਸ਼ਰ ਪੈ ਗਿਆ ਡਿਪਰੈਸ ਹੋ ਗਈਆਂ ਪ੍ਰਾਈਸਿਸ ਤੇ ਆਲਮੋਸਟ 300% ਡ੍ਰੌਪ ਕਰ ਗਈਆਂ। ਜਿੱਦਾਂ ਉਸ ਦਿਨ ਮੈਨੂੰ ਲੱਗਦਾ WTI ਬੈਰਲ $37 ਨੈਗੇਟਿਵ ਤੇ ਬੰਦ ਹੋਇਆ ਪਹਿਲੀ ਵਾਰ ਹਿਸਟਰੀ 'ਚ ਅੱਜ ਤੱਕ। ਪਰ ਦੂਜੇ ਦਿਨ ਜੇ ਅਸੀਂ ਦੇਖੀਏ ਉਹੀ WTI ਮੇ ਦੀ ਜਿਹੜਾ ਫਿਊਚਰ ਸੀਗਾ ਉਹ ਪੋਜ਼ਿਟਿਵ ਦੇ ਵਿੱਚ ਟ੍ਰੇਡ ਕਰ ਰਿਹਾ ਹੈਗਾ। ਹਾਲਾਂਕਿ ਉਸੇ ਦਿਨ ਜੂਨ ਦਾ ਜਿਹੜਾ ਫਿਊਚਰ ਸੀ ਉਹ $21 ਤੇ ਟ੍ਰੇਡ ਕਰ ਰਿਹਾ ਸੀ 16% ਡਿੱਗ ਗਿਆ। ਸੋ ਇਹ ਥੋੜੀ ਮੈਨੀਪੂਲੇਸ਼ਨ ਵੀ ਹੁੰਦੀ ਹੈ ਆਇਲ ਮਾਰਕੀਟ ਦੇ ਵਿੱਚ ਪਰ ਇਹ ਪੈਨਿਕ ਇੱਕਦਮ ਅਟੈਕ ਹੋਇਆ ਤੇ ਉਹਦੇ ਕਰਕੇ ਪ੍ਰਾਈਸਿਸ ਨੈਗੇਟਿਵ ਚ ਮੂਵ ਹੋ ਗਈਆਂ। ਵੈਸੇ ਵੀ ਜੇ ਆਪਾਂ ਦੇਖੀਏ ਰਾਜ ਜੀ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਹੈਗੇ ਕਿ ਹੌਲੀ ਹੌਲੀ ਕਰਕੇ ਥੱਲੇ ਨੂੰ ਪ੍ਰਾਈਸਿਸ ਆ ਰਹੇ ਹੈਗੇ ਨੇ। ਇਹਦਾ ਕਾਰਨ ਹੈ ਕਿ ਇਹ ਵੀ ਹੈਗਾ ਕਿ ਜਿਹੜੀ ਹੈਗੀ ਸ਼ਾਇਦ ਵੀ ਆਇਲ ਕੰਜ਼ੰਪਸ਼ਨ ਵੱਲੋਂ ਲੋਕਾਂ ਦਾ ਥੋੜਾ ਜਿਹੜਾ ਹੈਗਾ ਵੀ ਝੁਕਾਅ ਘਟਦਾ ਪਿਆ ਹੈਗਾ। ਕੁਛ ਜਿਹੜੀ ਹੈਗੀ ਪ੍ਰੋਡਕਸ਼ਨ ਵੀ ਵੱਧ ਹੋ ਸਕਦੀ ਹੈਗੀ ਆ। ਇਹ ਕੀ ਕਾਰਨ ਨੇ ਮੋਟੇ ਤੌਰ ਤੇ 2-3 ਕਾਰਨ ਸਾਨੂੰ ਸਮਝਾਓ ਕਿ ਜਿਹੜੇ ਪ੍ਰਾਈਸ ਕਾਫੀ ਅੱਜ ਤੋਂ ਚਲੋ COVID-19 ਦੇ ਕਰਕੇ ਹੈਗੀ ਕੰਜ਼ੰਪਸ਼ਨ ਘਟ ਗਈ ਹੈਗੀ ਹੈ ਨਾ ਪਰ ਪਹਿਲਾਂ ਪਿੱਛੇ ਤੋਂ ਵੀ ਹੈਗਾ ਵੀ ਡਾਊਨ ਜਿਹੜਾ ਜਾ ਰਿਹਾ ਤੇ ਕੀ ਕਾਰਨ ਤੁਸੀਂ ਮੋਟੇ ਤੌਰ ਤੇ ਸਮਝਦੇ? ਦੇਖੋ ਪਹਿਲਾਂ ਹੀ ਜਿਹੜੇ ਇਕਨੋਮਿਸਟ ਹੈਗੇ ਆ ਲਾਸਟ ਈਅਰ ਉਹਨਾਂ ਨੇ ਅਲਾਰਮ ਬਚਾਦੇ ਸੀਗੇ ਕਿ ਜਿਹੜਾ ਆਇਲ ਪ੍ਰਾਈਸਿਸ ਡ੍ਰੌਪ ਕਰ ਸਕਦੀਆਂ 2020 ਦੇ ਵਿੱਚ ਤੇ ਜਿਹੜੀ ਰਿਸੈਸ਼ਨ ਹਿੱਟ ਹੋ ਸਕਦਾ ਵਾ ਵਰਲਡ ਵਾਈਡ ਉਹਨਾਂ ਨੇ ਇਹ ਅਲਾਰਮ ਕੀਤੇ ਸੀ। 30% ਇਕਨੋਮਿਸਟ ਬਿਲੀਵ ਕਰਦੇ। ਹੁਣ ਹੋ ਕੀ ਰਿਹਾ ਸੀਗਾ ਕਿ ਪਹਿਲਾ ਫੈਕਟਰ ਇਹ ਸੀਗਾ ਕਿ ਜਿਹੜੀ ਡਿਮਾਂਡ ਆ ਉਹ ਬਹੁਤ ਘੱਟ ਰਹੀ ਸੀਗੀ। ਜਿਹੜੀਆਂ ਅਮਰਜਿੰਗ ਜਿਹੜੇ ਕੰਟਰੀਜ਼ ਨੇ ਇਕਨੋਮੀਜ਼ ਨੇ ਜਿਹਦੇ 'ਚ ਚਾਈਨਾ ਬ੍ਰਾਜ਼ੀਲ ਇੰਡੀਆ ਰਸ਼ੀਆ ਇਹਨਾਂ ਦੇ ਵਿੱਚ ਜਿਹੜੀ ਗਰੋਥ ਸੀ ਉਹ ਘਟ ਰਹੀ ਸੀ ਖਾਸ ਕਰ ਚਾਈਨਾ ਦੇ ਵਿੱਚ ਕਿਸੇ ਵਕਤ ਡਬਲ ਡਿਜਿਟ ਗਰੋਥ ਹੁੰਦੀ ਸੀਗੀ। ਹੁਣ ਜਿਹੜੀ ਸਿੰਗਲ ਡਿਜਿਟ ਉਹ ਵੀ 7% ਤੇ ਡ੍ਰੌਪ। ਇਸ ਕਰਕੇ ਉੱਥੇ ਕੰਜ਼ੰਪਸ਼ਨ ਘਟ ਰਹੀ ਸੀ ਉੱਥੇ ਡਿਮਾਂਡ ਘਟ ਰਹੀ ਸੀ ਉਹਦੇ ਕਰਕੇ ਇੱਕ ਫੈਕਟਰ ਸੀਗਾ। ਇੱਥੇ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਕਿ ਉਹ ਕੰਜ਼ੰਪਸ਼ਨ ਘਟਣ ਦੇ ਕੀ ਕਾਰਨ ਹੈਗੇ ਨੇ ਵੀ ਉਹ ਕਿਸੇ ਹੋਰ એનર્ਜੀ ਸੋਰਸ ਉੱਤੇ ਜਾ ਰਹੇ ਨੇ ਜਾਂ ਜੇ ਰੀਨਿਊਏਬਲ ਜਿਹੜੇ ਹੈਗੇ ਨੇ એનર્ਜੀ ਸੋਰਸਿਸ ਤੇ ਜਾ ਰਹੇ ਨੇ ਜਾਂ ਆਲਟਰਨੇਟਿਵ ਜੋ એનર્ਜੀ ਸੋਰਸਿਸ ਤੇ ਜਾ ਰਹੇ ਹੈਗੇ ਨੇ ਕੀ ਕਾਰਨ ਹੈਗਾ ਵੀ ਉਹ ਘਟ ਰਹੇ ਹੈਗੇ ਕਿ ਜਾਂ ਰਿਸੈਸ਼ਨ ਦੇ ਕਰਕੇ ਵੀ ਪ੍ਰੋਡਕਸ਼ਨ ਘਟ ਰਹੀ ਹੈਗੀ ਉਹਦੇ ਕਰਕੇ ਜਾ ਰਹੀ? ਹੋਇਆ ਕੀ ਸੀਗਾ ਕਿ ਜਦੋਂ ਜਿਹੜਾ ਸੁਪਰ ਸਾਈਕਲ ਜਿਹਨੂੰ ਕਿਹਾ ਜਾਂਦਾ ਜੀ ਉਹ 2000 ਚ ਸਟਾਰਟ ਹੋਇਆ ਸੀਗਾ। 2000 ਤੋਂ ਬਾਅਦ ਜਿਹੜੀ ਆਇਲ ਪ੍ਰਾਈਸਿਸ ਸੀਗੀਆਂ ਉਹ ਇੰਨੀਆਂ ਪੀਕ ਕੀਤੀਆਂ। ਹੋ ਕੀ ਰਿਹਾ ਸੀਗਾ ਉਦੋਂ ਪਹਿਲਾ ਫੈਕਟਰ ਤਾਂ ਇਹ ਸੀਗਾ ਜਿੱਦਾਂ ਚਾਈਨਾ ਦੀ ਆਪਾਂ ਗੱਲ ਕੀਤੀ ਹੈ। ਚਾਈਨਾ ਦੇ ਵਿੱਚ ਹਿਊਜ
ਗਰੋਥ ਹੋ ਰਹੀ ਸੀਗੀ, ਮੈਨੂਫੈਕਚਰਿੰਗ ਚੱਲ ਰਹੀ ਸੀਗੀ ਤੇ ਜਿਹੜੀ ਅਰਬਨਾਈਜੇਸ਼ਨ ਹੋ ਰਹੀ ਸੀ, ਲੋਕ ਮਿਡਲ ਕਲਾਸ ਵੱਡੀ ਹੋ ਰਹੀ ਸੀ, ਲੋਕ ਕਾਰਾਂ ਬਾਏ ਕਰ ਰਹੇ ਸੀ, ਜ਼ਿਆਦਾ ਚਲਾ ਰਹੇ ਸੀ, ਰਾਈਟ। 300 ਮਿਲੀਅਨ ਬੰਦਾ ਅਰਬਨਾਈਜੇਸ਼ਨ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਕੀ ਹੋਇਆ, 2008 ਦੇ ਵਿੱਚ ਰਿਸੈਸ਼ਨ ਹਿੱਟ ਹੋਇਆ, ਜਿਹਨੂੰ ਗ੍ਰੇਟ ਰਿਸੈਸ਼ਨ ਕਹੀ ਜਾਂਦੇ ਆ। ਉਸ ਤੋਂ ਬਾਅਦ ਜਿਹੜੀ ਗਰੋਥ ਹੈਗੀ ਚਾਈਨਾ ਦੇ ਵਿੱਚ ਉਹ ਬਹੁਤ ਘਟੀ, ਜਿਹੜੀ ਡਬਲ ਡਿਜਿਟ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਉਹ ਸਿੰਗਲ ਡਿਜਿਟ ਦੇ ਵਿੱਚ ਆ ਗਈ। ਲੋਕਾਂ ਦੀ ਜਿਹੜੀ ਮਿਡਲ ਕਲਾਸ ਆ ਸਕੁਈਜ਼ ਹੋਣ ਲੱਗੀ ਸੀ। ਇੰਡੀਆ ਦੇ ਵਿੱਚ ਵੀ ਗਰੋਥ ਚੱਲ ਰਹੀ ਸੀ, ਪਰ ਇੰਡੀਆ ਦੇ ਵਿੱਚ ਵੀ ਪਿਛਲੇ 4-5-6 ਸਾਲਾਂ ਤੋਂ ਗਰੋਥ ਜਿਹੜੀ ਆ ਬਹੁਤ 5% ਤੇ ਆ ਰਹੀ ਹੈਗੀ ਆ। ਪਹਿਲਾ ਫੈਕਟਰ ਇਹ ਸੀਗਾ। ਦੂਸਰਾ ਫੈਕਟਰ ਸਪਲਾਈ। ਪਹਿਲਾਂ ਕੀ ਹੁੰਦਾ ਸੀਗਾ, ਜਿਹੜਾ ਖਾਸ ਕਰ ਜਿਹੜਾ US ਦੀ ਪ੍ਰੋਡਕਸ਼ਨ ਸੀਗੀ ਬਹੁਤ ਮਿਨੀਮਲ ਹੁੰਦੀ ਸੀਗੀ। 1998-99 ਤੋਂ ਬਾਅਦ ਉੱਥੇ ਸ਼ੇਲ ਰੈਵੋਲੂਸ਼ਨ ਆਇਆ। ਜਿਹੜਾ ਤੇਲ ਪਹਿਲਾਂ ਨਹੀਂ ਨਿਕਲਦਾ ਸੀ ਉਹਦੇ ਕਰਕੇ ਜਿਹੜੀਆਂ ਟੈਕਨੋਲੋਜੀਜ਼ ਡਿਵੈਲਪ ਹੋ ਗਈਆਂ ਜਿਹੜੀਆਂ ਉਹ ਤੇਲ ਨੂੰ ਪ੍ਰੋਡਿਊਸ ਕਰ ਰਹੀਆਂ। ਅੱਜ ਸ਼ੇਲ ਦੀ ਪ੍ਰੋਡਕਸ਼ਨ ਉੱਥੇ ਆਲਮੋਸਟ 5 ਮਿਲੀਅਨ ਬੈਰਲਸ ਹੈਗੀ ਆ। ਆਲਮੋਸਟ US 10 ਤੋਂ 11 ਮਿਲੀਅਨ ਬੈਰਲਸ ਆਇਲ ਪ੍ਰੋਡਿਊਸ ਕਰ ਰਿਹਾ ਤੇ ਜਿਹੜਾ ਨੈਟ ਪਹਿਲਾਂ ਇੰਪੋਰਟਰ ਹੁੰਦਾ ਜਾਂ ਜੋ ਐਕਸਪੋਰਟਰ ਬਣ ਰਿਹਾ। ਮੈਂ ਕਹਿੰਦਾ ਪ੍ਰੋਡਕਸ਼ਨ ਵੱਧ ਗਈ ਤੇ ਕੰਜ਼ੰਪਸ਼ਨ ਜੇ ਘਟੀ ਵੀ ਨਹੀਂ ਆਪਾਂ ਮੰਨੀਏ ਤਾਂ ਵੀ 19 ਕਿ ਰਹੀ ਤੇ ਤਾਂ ਵੀ ਜੇ ਸਪਲਾਈ ਜ਼ਿਆਦਾ ਹੋ ਜਾਏਗੀ ਤੇ ਪ੍ਰਾਈਸਿਸ ਡਾਊਨ ਆ ਜਾਣਗੇ। ਸਪਲਾਈ ਇੰਨੀ ਵੱਧ ਗਈ ਮਾਰਕੀਟ ਦੇ ਵਿੱਚ, ਉਹਦੇ ਕਰਕੇ ਜਿਹੜੀਆਂ ਪ੍ਰਾਈਸਿਸ ਉਹ ਡਿਪਰੈਸ ਰਹੀਆਂ। ਸੋ ਇਹਦੇ ਨਾਲ ਹੀ ਜਿਹੜਾ ਹੈਗਾ ਵੀ ਆਪਾਂ ਅਲਬਰਟਾ ਦੇ, ਕਿਉਂਕਿ ਆਲੇ ਦੁਆਲੇ ਘੁੰਮਣਾ ਚਾਹੁੰਦੇ ਹੈਗੇ ਹਨ, ਅਲਬਰਟਾ ਦੇ ਆਇਲ ਦੀ ਜਿਹੜੀ ਪ੍ਰਾਈਸਿਸ ਹੈਗੇ ਬਾਕੀਆਂ ਦੇ ਨਾਲੋਂ ਜਿਹੜੇ ਹੈਗੇ ਆ ਵੀ ਘੱਟ ਕਿਉਂ ਮਿਲਦੇ ਹੈਗੇ? ਇਹਦਾ ਕੀ ਕਾਰਨ ਤੁਸੀਂ ਸਮਝਦੇ ਹੈਗੇ ਵੀ ਆਪਾਂ ਕਹਿੰਦੇ ਅਲਬਰਟਾ ਦੇ ਆਇਲ ਜਿਹੜਾ ਹੈਗਾ ਵੀ ਬਾਕੀ ਮਾਰਕੀਟ ਪ੍ਰਾਈਸਿਸ ਨਾਲੋਂ ਤਕਰੀਬਨ ਅੱਧੇ ਹੁੰਦੇ ਨੇ, ਇਹਦਾ ਕੀ ਕਾਰਨ ਹੁੰਦਾ ਹੈਗਾ? ਦੇਖੋ ਜੀ, ਇਹਦੇ ਬੜੇ ਫੈਕਟਰ ਨੇ। ਪਹਿਲਾ ਫੈਕਟਰ ਕੁਆਲਿਟੀ ਆਫ ਆਇਲ, ਮਤਲਬ ਜਿਹਦੇ ਵਿੱਚ ਜਿਹੜੇ ਕਨਵੈਨਸ਼ਨਲ ਆਇਲ ਹੈਗਾ, ਜਿੱਦਾਂ ਮੈਂ ਸਾਊਦੀ ਅਰੇਬੀਆ ਦੀ ਗੱਲ ਕਰਦਾ, ਉੱਥੇ ਤੁਸੀਂ ਜਾ ਕੇ ਡਰਿਲ ਕੀਤੀ ਹੋਲ ਉਹ ਪਾਣੀ ਵਾਂਗ ਆ ਗਿਆ। ਉਹ ਪਾਣੀ ਵਾਂਗ ਆ ਗਿਆ, ਉਹ ਸਵੀਟ ਆ। ਸਵੀਟ ਦਾ ਮਤਲਬ ਮਿੱਠਾ ਨਹੀਂ ਵੀ ਉਹਨੂੰ ਆਪਾਂ ਚਟਕੇ। ਉਹਦੇ ਵਿੱਚ ਹਾਈਡਰੋਜਨ ਸਲਫਾਈਡ ਘੱਟ ਆ। ਹਾਈਡਰੋਜਨ ਸਲਫਾਈਡ ਜਿਹੜੀ ਆ ਉਹ ਇੱਕ ਬਹੁਤ ਗੈਸ ਆ ਜਿਹਨੂੰ ਕੱਢਣ ਦੇ ਵਿੱਚ ਬਹੁਤ ਖਰਚਾ ਆਉਂਦਾ। ਹਾਈਡਰੋਜਨ ਸਲਫਾਈਡ ਇੰਨੀ ਖਤਰਨਾਕ ਆ ਕਿ ਜੇ ਉਹਨੂੰ ਅਸੀਂ 10 ਸੈਕਿੰਡ ਲਈ ਵੀ 0.01% ਸੁੰਘ ਲਈਏ ਤਾਂ ਬੰਦਾ ਮਰ ਸਕਦਾ। ਸੋ ਉਹਦੇ ਵਿੱਚ ਉਹ ਘੱਟ ਹੁੰਦੀ ਆ, ਸਵੀਟ ਕਿਹਾ ਜਾਂਦਾ ਉਹਨੂੰ। ਫਿਰ ਉਹਦੀ ਵਿਸਕੋਸਿਟੀ ਹੁੰਦੀ ਆ, ਉਹ ਮੈਜਰ ਕਰਦੀ ਆ ਕਿ ਕਿੰਨਾ ਗਾੜਾ ਕਿੰਨਾ ਹੈ। ਜਿੰਨੀ ਵਿਸਕੋਸਿਟੀ ਘੱਟ ਹੋਊ ਉਨਾ ਉਹ ਈਜ਼ੀ ਫਲੋ ਹੁੰਦਾ, ਈਜ਼ੀ ਪ੍ਰੋਸੈਸ ਹੁੰਦਾ। ਸੋ ਉਹ ਸਾਡਾ ਜਿਹੜਾ ਤੇਲ ਆ ਬਹੁਤ ਵਿਸਕਸ ਆ, ਬਹੁਤ ਗਾੜਾ ਵਾ। ਨੈਚੁਰਲ ਜੇ ਉਹਨੂੰ ਦੇਖਿਆ ਜਾਵੇ ਤਾਂ ਉਹ ਆਇਲ ਸੈਂਡਸ ਤਾਂ ਹੀ ਕਹਿੰਦੇ ਆ ਸੈਂਡ ਦੇ ਵਿੱਚ ਆ ਤਾਂ ਇੱਕ ਪੱਕ ਦੀ ਸ਼ੇਪ ਜਿਵੇਂ ਵੀ ਉਹ ਆਪਾਂ ਲੁੱਕ ਹੁੰਦੀ ਹੈਗੀ, ਠੰਡੀ ਜੀ ਲੁੱਕ ਜਿਵੇਂ ਹੈਗੀ ਆ ਨਾ, ਲੁੱਕ ਤੋਂ ਵੀ ਗਾੜਾ। ਅੱਛਾ, ਉਹ ਤੋਂ ਵੀ ਗਾੜਾ ਹੈਗਾ। ਦੂਸਰੀ ਗੱਲ ਹੈ ਹਾਈਡਰੋਜਨ ਸਲਫਾਈਡ ਸਾਵਰ ਆ। ਸਾਵਰ ਖੱਟਾ ਨਹੀਂ, ਸਾਵਰ ਅਗੇਨ ਹਾਈਡਰੋਜਨ ਸਲਫਾਈਡ ਜ਼ਿਆਦਾ ਵਾ, ਰਾਈਟ। ਤੇ ਇਹ ਹੈਗਾ। ਤੀਸਰਾ ਜਿਹੜਾ ਹੈਗਾ ਕਿ ਇਹਨੂੰ ਪ੍ਰੋਸੈਸ ਕਰਨ ਦੇ ਵਿੱਚ ਬਹੁਤ ਖਰਚਾ ਆਉਂਦਾ। ਜਿਹੜਾ ਸਾਊਦੀ ਦਾ ਤੇਲ ਆ, ਜੇ ਉਹ ਕਿਸੇ ਵੀ ਰਿਫਾਈਨਰੀ ਜਾਊਗਾ, ਖਾਸ ਕਰ US ਮਿਡਵੈਸਟ ਦੇ ਵਿੱਚ, ਉਹਨੂੰ ਰਿਫਾਈਨ ਕਰਨ ਦੇ ਵਿੱਚ ਕਾਸਟ ਬਹੁਤ ਘੱਟ ਆਊ। ਰਿਫਾਈਨਰ ਦਾ ਮਾਰਜਨ ਬਹੁਤ ਜ਼ਿਆਦਾ ਹੋਊਗਾ। ਸਾਡਾ ਤੇਲ ਆ ਜਿਹੜਾ, ਜਦੋਂ ਇਹਨੂੰ ਰਿਫਾਈਨ ਕਰਨ ਤੋਂ ਪਹਿਲਾਂ ਇਹਨੂੰ ਅਪਗ੍ਰੇਡਿੰਗ ਕੀਤੀ ਜਾਊਗੀ, ਇਹਦੀ ਅਪਗ੍ਰੇਡਿੰਗ 'ਚ ਖਰਚਾ ਆਊ, ਫਿਰ ਇਹਨੂੰ ਰਿਫਾਈਨਿੰਗ ਕਰਨ 'ਚ ਖਰਚਾ ਆਊ ਤੇ ਮਾਰਜਨ ਬਹੁਤ ਘੱਟ ਜਾਂਦਾ ਵਾ, ਰਾਈਟ। ਇਸ ਕਰਕੇ ਇਹਦੀ ਕੀਮਤ ਘੱਟ ਮਿਲਦੀ ਆ। ਦੂਸਰਾ ਹੈਗਾ ਜੀ ਕਿ ਜਿਓਗ੍ਰਾਫਿਕ। ਅਸੀਂ ਜਿਓਗ੍ਰਾਫਿਕਲੀ ਜਿਹੜੇ ਲੈਂਡਲੌਕਡ ਪ੍ਰੋਵਿੰਸ ਆ, ਠੀਕ ਹੈ ਨਾ। ਸਾਡੀ ਜਿਹੜਾ 99.9% ਐਕਸਪੋਰਟ ਹੋ ਰਿਹਾ ਆਇਲ ਦਾ, ਉਹ ਸਾਰਾ US ਨੂੰ ਜਾ ਰਿਹਾ। ਜਿਓਗ੍ਰਾਫੀ ਕਰਕੇ ਸਾਡੀ ਪਾਈਪਲਾਈਨ ਕਪੈਸਿਟੀ ਘੱਟ ਆ। ਜਿਹੜੀਆਂ ਸਾਡੀਆਂ ਪਾਈਪਲਾਈਨਸ ਨੇ ਉਹ ਜ਼ਿਆਦਾ ਜਾਂਦੀਆਂ ਮਿਡਵੈਸਟ ਦੇ ਵਿੱਚ, ਉੱਥੇ ਰਿਫਾਈਨਰੀਆਂ ਸ਼ਿਕਾਗੋ ਏਰੀਆ ਦੇ ਵਿੱਚ। ਜਾਂ ਇੱਕ ਪਾਈਪਲਾਈਨ ਜਿਹੜੀ ਕੀਸਟੋਨ ਜਾਂਦੀ ਹੈਗੀ ਆ, ਉਹ ਜਾਂਦੀ ਥੱਲੇ ਨੂੰ ਗਲਫ ਕੋਸਟ ਦੇ ਵਿੱਚ। ਹਾਂ, ਕਿਉਂਕਿ ਸਾਡੀ ਪਾਈਪਲਾਈਨ ਕਪੈਸਿਟੀ ਇੰਨੀ ਘੱਟ ਕਰਕੇ ਸਾਡੇ ਕੋਲ ਜਿਹੜੀ ਮਾਰਕੀਟਿੰਗ ਕਰਨ ਦੇ ਸਿਰਫ ਮਾਰਕੀਟ ਆ ਮਿਡਵੈਸਟ ਦੇ ਵਿੱਚ ਰਿਫਾਈਨ ਕਰ ਸਕਦੇ ਹਾਂ ਉਹ ਤੇਲ ਨੂੰ, ਜਾਂ ਥੋੜਾ ਬਹੁਤਾ ਗਲਫ ਦੇ ਵਿੱਚ। ਹੁਣ ਤਾਂ ਹੀ ਕਹਿੰਦੇ ਆ ਵੀ ਜੇ ਅਸੀਂ ਪਾਈਪਲਾਈਨ ਲੈ ਆਈਏ, ਚਾਹੇ ਉਹ ਕੋਸਟ ਨੂੰ ਜਾ ਰਹੀ ਹੈ BC ਨੂੰ, ਚਾਹੇ ਕੀਸਟੋਨ XL ਬਣ ਜਾਂਦੀ ਆ, ਤਾਂ ਪਾਈਪਲਾਈਨ ਕੰਸਟ੍ਰੇਂਟ ਘੱਟ ਜੂਗਾ ਤੇ ਜ਼ਿਆਦਾ ਮਾਰਕੀਟੇਬਲ ਜਿਹੜੇ ਏਰੀਆ ਸਾਨੂੰ ਮਿਲਣਗੇ। ਪਰ ਇਹਦਾ ਦੂਸਰਾ ਹੱਲ ਇਹ ਨਹੀਂ ਹੋ ਸਕਦਾ ਕਿ ਆਪਾਂ ਰਿਫਾਈਨਰੀ ਇੱਥੇ ਲਾਈਏ ਵੀ ਐਂਡ ਪ੍ਰੋਡਕਟ ਹੀ ਕਰਕੇ ਭੇਜੀਏ, ਕਿ ਨਹੀਂ ਉਹ ਵਾਇਬਲ ਨਹੀਂ ਹੁੰਦਾ? ਇਹ ਦੇਖੋ, ਕੁਐਸਚਨ ਬਹੁਤ ਵਾਰ ਆਉਂਦਾ ਵਾ ਕਿ ਜੀ ਅਸੀਂ ਵੈਲਿਊ ਐਡ ਇੱਥੇ ਕਰੀਏ। ਪ੍ਰੋਬਲਮ ਇਹ ਹੈਗੀ ਕਿ ਅਸੀਂ ਕਿੱਥੇ ਬੈਠੇ ਹੈਗੇ ਆ। ਆਲਰੇਡੀ ਸਾਡੇ ਕੋਲ ਪਾਈਪਲਾਈਨ ਕੰਸਟ੍ਰੇਂਟ ਆ। ਜੇ ਅਸੀਂ ਰਿਫਾਈਨਰੀ ਲਾ ਲਈ ਤੇ ਪਾਈਪਲਾਈਨ ਕੰਸਟ੍ਰੇਂਟ ਤਾਂ ਚਲੇ ਨਹੀਂ ਜਾਣੇ। ਪਾਈਪਲਾਈਨ ਤਾਂ ਪਰ ਐਂਡ ਪ੍ਰੋਡਕਟ ਜਦੋਂ ਜਾਏਗਾ ਤਾਂ ਮਹਿੰਗਾ ਵੀ ਤਾਂ ਜਾਏਗਾ ਨਾ। ਹਾਂਜੀ, ਐਂਡ ਪ੍ਰੋਡਕਟ ਮਹਿੰਗਾ ਜਾਊਗਾ, ਪਰ ਉੱਤੇ ਖਰਚਾ ਵੀ ਬਹੁਤ ਹੁੰਦਾ ਨਾ। ਕਿਉਂਕਿ ਹੁਣ ਤੁਸੀਂ ਇਹ ਦੇਖੋ ਕਿ ਜਿਹੜੀਆਂ ਰਿਫਾਈਨਰੀਜ਼ ਨੇ ਕੈਨੇਡਾ ਦੀਆਂ, ਉਹ ਜ਼ਿਆਦਾਤਰ ਹੈਗੀਆਂ ਸਾਰਨੀਆ, ਮੌਂਟਰੀਅਲ, ਉਸ ਏਰੀਏ ਦੇ ਵਿੱਚ। ਉਹ ਇਸ ਕਰਕੇ ਨੇ ਕਿਉਂਕਿ ਉੱਥੇ ਜਿਹੜੀ ਪਾਪੂਲੇਸ਼ਨ ਜਿਹੜਾ ਪੂਲ ਬਹੁਤ ਜ਼ਿਆਦਾ, ਚਾਹੇ ਕੈਨੇਡਾ ਈਸਟ ਆ, ਚਾਹੇ ਨਾਰਥ ਈਸਟ US ਆ,
ਕਿਉਂਕਿ ਤੁਸੀਂ ਉੱਥੇ ਕੇਟਰ ਕਰ ਰਹੇ ਹੋ 20 30 40 ਮਿਲੀਅਨ ਲੋਕਾਂ ਨੂੰ, ਟਰਾਂਸਪੋਰਟੇਸ਼ਨ ਕਾਸਟ ਘੱਟ ਆ। ਸਾਡੇ ਇੱਥੇ ਅਸੀਂ ਇੱਥੇ ਰਿਫਾਈਨਰੀ ਲਾ ਕੇ ਤੇਲ ਭੇਜਾਂਗੇ ਕਿੱਥੇ? ਸਾਡੇ ਨੇੜੇ। ਪਰ ਇੱਥੇ ਮੈਂ ਸਵਾਲ ਪੁੱਛਣਾ ਚਾਹਾਂਗਾ ਕਿ ਉੱਥੇ ਜਿਹੜੀਆਂ ਮੌਂਟਰੀਅਲ ਵਗੈਰਾ ਦੇ ਵਿੱਚ ਜਿਹੜੀਆਂ ਰਿਫਾਈਨਰੀਜ਼ ਹੈਗੀਆਂ ਉੱਥੋਂ ਕਰੂਡ ਆਇਲ ਕਿੱਥੋਂ ਆਉਂਦਾ ਹੈਗਾ? ਦੇਖੋ ਜਿਹੜਾ ਕਰੂਡ ਆਇਲ ਆਪਣੇ ਉੱਥੇ ਵੀ ਕੋਈ ਪ੍ਰੋਡਕਸ਼ਨ ਹੈਗੀ ਆ ਉਸ ਏਰੀਆ ਦੇ ਵਿੱਚ? ਜਿਹੜੀ ਪ੍ਰੋਡਕਸ਼ਨ ਹੈਗੀ ਆ ਬਹੁਤ ਮਿਨੀਮਲ ਆ, ਜਿਹਨੂੰ ਆਪਾਂ ਕਹਿ ਨਹੀਂ ਸਕਦੇ ਸਿਗਨੀਫੀਕੈਂਟ ਆ। ਨਿਊਫਿਨਲੈਂਡ ਤੇ ਲੈਬਰਾਡੋਰ ਦੇ ਆਫ ਸ਼ੋਰ ਦੇ ਵਿੱਚ ਪ੍ਰੋਡਕਸ਼ਨ ਬਹੁਤ ਹੈਗੀ ਆ, ਜਿੱਦਾਂ ਟੈਰਾਨੋਵਾ, ਹਾਈਬਰਨੀਆ, ਉਹ ਆਫ ਸ਼ੋਰ ਪ੍ਰੋਡਕਸ਼ਨ। ਜਿਹੜਾ ਮੋਸਟਲੀ ਤੇਲ ਆਉਂਦਾ ਵਾ ਮੌਂਟਰੀਅਲ ਵਗੈਰਾ ਏਰੀਆ ਦੇ ਵਿੱਚ, ਉਹ ਇੰਪੋਰਟਡ ਤੇਲ ਆਉਂਦਾ ਵਾ ਸਾਊਦੀ ਅਰਬ ਵਗੈਰਾ ਤੋਂ, ਸਾਊਦੀ ਅਰੇਬੀਆ ਤੋਂ ਆ ਗਿਆ, US ਤੋਂ 46% ਆ ਗਿਆ। ਪਰ US ਦੇ ਵਿੱਚ ਵੀ ਇਹ ਵੀ ਸਾਨੂੰ ਦੇਖਣਾ ਪੈਣਾ ਕਿ ਸ਼ੋਰ ਇੰਪੋਰਟਡ ਆ, ਪਰ ਸਾਡਾ ਤੇਲ ਉੱਥੇ ਜਾਂਦਾ ਵਾ, ਅਸੀਂ ਉੱਥੇ ਐਕਸਪੋਰਟ ਕਰਦੇ ਹਾਂ, ਤਾਂ ਉੱਥੋਂ ਤੇਲ ਉੱਥੇ ਆ ਜਾਂਦਾ, ਕਿਉਂਕਿ ਸਾਡੇ ਕੋਲ ਪਾਈਪਲਾਈਨ ਨਹੀਂ ਸਿੱਧੀ ਜਿਹੜੀ ਅਸੀਂ ਮੌਂਟਰੀਅਲ ਭੇਜ ਸਕੀਏ, ਤੇ ਉਹ ਘੁੰਮ ਕੇ ਉੱਥੇ ਜਾਂਦਾ ਵਾ, ਰਾਈਟ। ਤੇ ਰਿਫਾਈਨਰੀ ਤੇ ਮੈਂ ਉਹਨਾਂ ਰਿਫਾਈਨਰੀ ਦੀ ਦੂਸਰੀ ਗੱਲ ਇਹ ਹੈਗੀ ਹੈ ਜੀ, ਰਿਫਾਈਨਰੀ ਬਹੁਤ ਕੈਪੀਟਲ ਇੰਟੈਂਸਿਵ ਆ, ਬਹੁਤ ਪੈਸਾ ਚਾਹੀਦਾ ਵਾ। ਜੇ ਇੱਕ IHS ਮਾਰਕੀਟ ਨੇ ਸਟੱਡੀ ਕੀਤੀ ਸੀਗੀ, ਤੇ ਉਹਦੇ ਵਿੱਚ ਉਹ ਕਹਿੰਦੇ ਕਿ X ਯੂਨਿਟ ਦੀ ਅਸੀਂ ਜੇ ਰਿਫਾਈਨਰੀ ਲਾਉਣੀ ਆ, ਜੇ ਲੈਟਸ ਸੇ ਅਸੀਂ ਸਾਊਦੀ ਅਰੇਬੀਆ ਵਰਗੇ ਕੰਟਰੀ ਦੇ ਵਿੱਚ ਲਾਉਣੀ ਆ, ਜਾਂ US ਮਿਡ ਵੈਸਟ ਦੇ ਵਿੱਚ ਲਾਉਣੀ ਆ, ਜਾਂ ਗਲਫ ਕੋਸਟ ਦੇ ਵਿੱਚ, ਉਹਦਾ ਖਰਚਾ $4-5 ਬਿਲੀਅਨ ਆਊ। ਜੇ ਉਹੀ ਰਿਫਾਈਨਰੀ ਅਲਬਰਟਾ ਚਲਾਉਣੀ ਹੋਵੇ 9 to 11 ਬਿਲੀਅਨ। ਚਲੋ ਉਹ ਗੱਲ ਸੌਖੇ ਸਮਝਣ ਵਾਸਤੇ ਮੈਂ ਉਦਾਹਰਨ ਦੇਣਾ, ਸ਼ਾਇਦ ਉਦਾਂ ਦੇ ਰਲਦੀ ਮਿਲਦੀ, ਜਿਵੇਂ ਆਪਣੇ ਪੰਜਾਬ 'ਚ ਗੰਨਾ ਹੁੰਦਾ ਹੈਗਾ ਹਨਾ, ਤੇ ਕਈ ਵਾਰੀ ਇੱਕ ਜ਼ਿਲ੍ਹੇ ਤੋਂ ਭਰ ਕੇ ਟਰਾਲੀਆਂ ਦੂਜੇ ਜ਼ਿਲ੍ਹੇ 'ਚ ਜਾਂਦੀਆਂ ਗੰਨੇ ਦੀਆਂ, ਵੀ ਉੱਥੇ ਸ਼ੂਗਰ ਮਿਲ ਹੁੰਦੀ ਹੈਗੀ ਤੇ ਉੱਥੇ ਜਾਂਦੀਆਂ ਹੈਗੀਆਂ। ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸ਼ੂਗਰ ਮਿਲ ਵੀ ਇੱਥੇ ਲਾ ਲਓ ਹਨਾ, ਬਿਲਕੁਲ ਸ਼ੂਗਰ ਮਿਲ ਲਾਉਣ ਦਾ ਵੀ ਉਹਦਾ ਐਕਸਪੈਂਸ ਵੀ ਟੂ ਮੱਚ ਹੁੰਦਾ ਹੈਗਾ ਕਿ ਇੰਨੀ ਉਹਦੀ ਪ੍ਰੋਡਕਸ਼ਨ ਨਹੀਂ ਹੋਣੀ ਹੈ, ਵੀ ਵਾਇਬਲ ਨਹੀਂ ਹੈਗੀ। ਆਪਾਂ ਇਹ ਕਹਿ ਸਕਦੇ ਕਿ ਇਸੇ ਕਰਕੇ ਜਿਹੜਾ ਇਸ ਵਕਤ ਵਾਇਬਲ ਨਹੀਂ ਗੀ। ਛੋਟੀਆਂ ਰਿਫਾਈਨਰੀਆਂ ਜ਼ਰੂਰ ਹੈਗੀਆਂ ਇੱਥੇ, ਐਡਮਿੰਟਨ 'ਚ ਹੈਗੀ ਆ ਰਿਫਾਈਨਰੀ, ਸੋ ਉਹ ਜਿੰਨੀ ਕਿ ਸਾਡੀ ਇੱਥੇ ਪਾਪੂਲੇਸ਼ਨ ਬੇਸ ਆ ਉਹਨੂੰ ਸਰਵ ਕਰਨ ਲਈ ਉਨੀ ਅਪਰੋਪਰੀਏਟ ਹੈਗੀਆਂ। ਪ੍ਰਿੰਸ ਜੋਰਜ ਹੈਗੀ ਆ, ਰਜਾਈਨਾ 'ਚ ਹੈਗੀ ਆ। ਜਿਵੇਂ ਅਲਬਰਟਨਸ ਅਸੀਂ ਜਿਹੜੇ ਹੈਗੇ ਨੇ ਵੀ ਕਾਫੀ ਡਿਪੈਂਡੈਂਟ ਹੈਗੇ ਆ ਹਨਾ, ਮੇਰੇ ਖਿਆਲ 60-70% ਜਿਹੜੀ ਸਾਡੀ ਇਕਨੋਮੀ ਹੈਗੀ ਘੁੰਮ ਘੁਮਾ ਕੇ ਡਾਇਰੈਕਟਲੀ ਇਹਦੇ ਉੱਤੇ ਜਿਹੜੀ ਡਿਪੈਂਡੈਂਟ ਹੈਗੀ ਆ। ਅਲਬਰਟਾ ਦੇ ਵਿੱਚ ਜਿਹੜਾ ਹੈਗਾ ਵੀ ਹੈ ਵੀ ਬਹੁਤ ਹੈ ਹਨਾ, ਫੋਸਲ ਫਿਊਲ ਬਹੁਤ ਹੈਗਾ, ਤੇ ਕੁਛ ਲੋਕੀ ਜਿਹੜੇ ਹੈਗੇ ਨੇ ਵੀ ਜਿਵੇਂ ਚਾਹੁੰਦੇ ਹੈਗੇ ਨੇ ਕਿ ਇਹਦੇ ਵਿੱਚੋਂ ਕੱਢ ਕੇ ਇਹਨੂੰ ਯੂਜ਼ ਕੀਤਾ ਜਾਵੇ। ਕੁਛ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਕਿ ਇਹਦੇ ਹੱਕ 'ਚ ਹੈਗੀਆਂ ਕਿ ਹਾਂ ਇਹਨੂੰ ਵੀ ਕੱਢ ਕੇ ਵੇਚਣਾ ਚਾਹੀਦਾ, ਯੂਜ਼ ਕਰਨਾ ਚਾਹੀਦਾ ਹੈ ਨਾ, ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈਗਾ। ਕੁਛ ਪਾਰਟੀਜ਼ ਇੱਦਾਂ ਦੀਆਂ ਹੈਗੀਆਂ ਇਸ ਥਿੰਕ ਟੈਂਕ ਦੀਆਂ ਹੈਗੀਆਂ ਕਿ ਇਸ ਸੋਚਦੀਆਂ ਹੈਗੀਆਂ ਕਿ ਨਹੀਂ ਵੀ ਇਹ ਫੋਸਲ ਫਿਊਲ ਜਿਹੜਾ ਧਰਤੀ ਦੇ ਅੰਦਰ ਹੀ ਰਹਿਣਾ ਚਾਹੀਦਾ। ਜਿਵੇਂ NDP ਵਾਲੇ ਸ਼ਰੇਆਮ ਹੀ ਕਹਿੰਦੇ ਹੈਗੇ ਨੇ ਵੀ ਆਪਾਂ ਨੂੰ ਕੱਢਣਾ ਹੀ ਨਹੀਂ ਚਾਹੀਦਾ ਹੈਗਾ ਇਹ ਤੇਲ ਹੈ ਨਾ, ਵੀ ਆਪਾਂ ਨੂੰ ਕੋਈ ਹੋਰ ਜਿਹੜੇ ਹੈਗੇ ਨੇ ਸੋਰਸ ਜਿਹੜੇ ਯੂਜ਼ ਕਰਨੇ ਚਾਹੀਦੇ ਹੈਗੇ ਨੇ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹੈਗੇ ਕਿ ਇਹ ਕਰੂਡ ਆਇਲ ਜਿਹੜਾ ਫੋਸਲ ਫਿਊਲ ਜਿਹੜਾ ਹੈਗਾ ਵੀ ਇਹਨੂੰ ਕੱਟਣਾ ਚਾਹੀਦਾ ਹੈ ਕਿ ਜਾਂ ਮਤਲਬ ਕੀ ਤੁਹਾਡੇ ਇਹਦੇ ਵਿਚਾਰ ਹੈਗੇ ਨੇ? ਕਿਉਂ ਡਿਫਰੈਂਟ ਵਿਚਾਰ ਵੀ ਕਿਉਂ ਹੈਗੇ ਨੇ? ਦੇਖੋ ਜੀ, ਪਿਛਲੇ 15-20-30 ਸਾਲਾਂ ਦੇ ਵਿੱਚ, ਖਾਸ ਕਰ ਪਿਛਲੇ 10 ਸਾਲ ਮੈਂ ਕਹੂੰਗਾ, ਜਿਹੜਾ ਕਲਾਈਮੇਟ ਚੇਂਜ ਦਾ ਜਿਹੜਾ ਇਸ਼ੂ ਆ ਇਹ ਬਹੁਤ ਉੱਭਰ ਕੇ ਆਇਆ ਵਾ। ਜਿਹੜੀਆਂ ਖਾਸ ਕਰ ਯੰਗ ਜਨਰੇਸ਼ਨਸ ਨੇ, ਮਿਲੇਨੀਅਲਸ ਨੇ, ਮਿਲੇਨੀਅਲਸ ਇਹਦੇ ਬਾਰੇ ਬਹੁਤ ਸੀਰੀਅਸ ਨੇ। ਮਿਲੇਨੀਅਲਸ ਇਸ ਗੱਲ ਨੂੰ ਮੰਨਦੇ, ਕਿਉਂਕਿ ਪਹਿਲਾਂ ਡਿਬੇਟ ਹੁੰਦੀ ਸੀ ਕਿ ਜੀ ਕਲਾਈਮੇਟ ਚੇਂਜ, ਪਹਿਲਾਂ ਉਹਨੂੰ ਗਲੋਬਲ ਵਾਰਮਿੰਗ ਕਿਹਾ ਜਾਂਦਾ ਸੀ, ਕਿ ਕਲਾਈਮੇਟ ਚੇਂਜ ਹੋ ਰਿਹਾ ਨਹੀਂ ਹੋ ਰਿਹਾ। ਧਰਤੀ ਤਾਂ ਜੀ ਤੁਸੀਂ ਧਰਤੀ ਦੀ ਲਾਈਫ ਦੇਖੋ, 5 ਬਿਲੀਅਨ ਈਅਰਸ ਧਰਤੀ ਕਈ ਵਾਰੀ ਗਰਮ ਚੇਂਜਸ ਹੋਈਆਂ ਹਨ, ਇਹ ਬਿਲਕੁਲ ਤੇ ਹੋ ਰਿਹਾ। ਪਰ ਇੱਕ ਫੈਕਟਰ ਆ ਜਿਹੜਾ ਇਸ ਵਕਤ ਡਿਫਰੈਂਟ ਆ, ਹਿਊਮਨ ਇੰਟਰਵੈਂਸ਼ਨ, ਇਨਸਾਨ ਦੀ ਇੰਟਰਵੈਂਸ਼ਨ। ਜਿਹੜਾ ਕਾਰਬਨ ਇਨਸਾਨ ਪਾ ਰਿਹਾ ਵਾ ਧਰਤੀ ਦੀ ਇਨਵਾਇਰਨਮੈਂਟ ਦੇ ਵਿੱਚ, ਉਹ ਪਹਿਲਾਂ ਕਦੇ ਨਹੀਂ ਹੋਇਆ ਸੀ। ਜਿਹੜੇ ਧਰਤੀ ਦੇ ਜਿਹੜੀ ਧਰਤੀ ਦੀਆਂ ਮਾਸ ਐਕਸਟਿੰਕਸ਼ਨਸ ਆ ਉਹ 5 ਹੋ ਚੁੱਕੀਆਂ ਨੇ, ਇਹ 6ਵੀਂ 'ਚ ਅਸੀਂ ਰਹਿ ਰਹੇ ਹਾਂ। ਜਿਹੜੀਆਂ ਪਹਿਲੀਆਂ 5 ਅਸੀਂ ਚੁੱਕ ਲਈਏ, ਉਹਨਾਂ 'ਚ ਕਦੇ ਵੀ ਇਨਸਾਨ ਨਹੀਂ ਸੀਗਾ। ਠੀਕ ਹੈ, ਉਹ ਨੈਚੁਰਲ ਪ੍ਰੋਸੈਸ ਹੀ ਜਿੱਦਾਂ ਵੀ ਚੱਲਿਆ। ਸੋ ਮਿਲੇਨੀਅਲਸ ਜਿਹੜੇ ਨੇ, ਜਿਨ੍ਹਾਂ ਨੇ ਕੱਲ ਨੂੰ ਕੰਜ਼ਿਊਮਰ ਬਣਨਾ, ਜਿਨ੍ਹਾਂ ਨੇ ਕੱਲ ਨੂੰ ਪਾਲਿਸੀਆਂ ਬਣਾਉਣੀਆਂ, ਉਹ ਬਹੁਤ ਇਹਦੇ ਬਾਰੇ ਚਿੰਤਾ ਜ਼ਾਹਿਰ ਕਰ ਰਹੇ ਨੇ। ਹੁਣ ਹੋਇਆ ਕਿ ਆਲ ਅਰਾਊਂਡ ਵਰਲਡ ਲੋਕ ਇਹਨੂੰ ਸੀਰੀਅਸਲੀ ਲੈਣ ਲੱਗ ਗਏ ਨੇ ਕਿ ਕਲਾਈਮੇਟ ਚੇਂਜ ਇਜ਼ ਹੈਪਨਿੰਗ, ਤੇ ਇਹਦੇ ਬਾਰੇ ਕੁਝ ਕਰਨਾ ਪੈਣਾ। ਉਹਦੇ ਕਰਕੇ ਜਿਹੜੀ ਇੱਕ ਜਿਹੜਾ ਮੋਰਲ ਰਿਸਪੌਂਸਿਬਿਲਿਟੀਆਂ ਜਿਹੜੀਆਂ ਖਾਸ ਕਰ ਆਇਲ ਕੰਪਨੀਆਂ ਵੀ ਆ, ਉਹ ਵੀ ਸਮਝਣ ਲੱਗ ਗਈਆਂ ਨੇ ਕਿ ਕਿਉਂਕਿ ਸਾਡੇ ਕੰਜ਼ਿਊਮਰ ਇਹ ਨੇ, ਸਾਨੂੰ ਵੀ ਇਹ ਮੋਰਲ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ। ਐਗਜ਼ਾਮਪਲ ਇਹ ਦੇਖ ਲਓ, ਕਈ ਕੰਟਰੀਜ਼ ਵੀ ਸਮਝਣ ਲੱਗ ਗਈਆਂ ਨੇ। ਐਗਜ਼ਾਮਪਲ ਦੇਖੋ, ਸਾਊਦੀ ਅਰੇਬੀਆ ਨੇ ਅੱਜ ਤੱਕ ਕਦੇ ਵੀ ਆਪਣੀ ਜਿਹੜੀ ਉਹਨਾਂ ਦੀ ਸਾਊਦੀ ਅਰੈਮਕੋ ਉਹਨੂੰ ਪਬਲਿਕ ਨਹੀਂ ਕੀਤਾ ਸੀ। ਹੁਣ ਉਹਨਾਂ ਨੇ ਪਿਛਲੇ ਸਾਲ IPO ਇਸ਼ੂ ਕੀਤਾ, ਸਭ ਤੋਂ ਵੱਡਾ ਅੱਜ ਤੱਕ ਦਾ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਇਹ ਤੇਲ ਆ ਜਿਹੜਾ, ਇਹ ਹੋਰ 40-50 ਸਾਲ ਹੀ ਇਹਦੀ ਡਿਮਾਂਡ ਰਹਿਣੀ ਆ। ਉਸ ਤੋਂ ਬਾਅਦ ਡੀਕਾਰਬਨਾਈਜੇਸ਼ਨ ਆਲਰੇਡੀ ਸਟਾਰਟ ਹੋ ਚੁੱਕੀ ਆ, ਰੀਨਿਊਏਬਲਸ ਵਧਣੇ ਸ਼ੁਰੂ ਹੋ ਚੁੱਕੇ ਆ। ਸੋ ਮੇਰਾ ਪਰਸਨਲ ਓਪੀਨੀਅਨ ਮੈਟਰ ਨਹੀਂ ਕਰਦਾ, ਇਹ ਤਾਂ
ਜਿਹੜੇ ਲੋਕ ਨੇ, ਜਿਹੜੇ ਕੰਜ਼ਿਊਮਰ ਨੇ, ਉਹਨਾਂ ਦੇ ਜਿਹੜੇ ਬਿਹੇਵੀਅਰਸ ਨੇ ਉਹ ਦੱਸਣਗੇ ਅਗਲੇ 10 ਸਾਲਾਂ ਨੂੰ। ਇਹੀ ਇੱਕ ਰੀਜ਼ਨ ਸੀਗਾ ਕਿ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ 2030-35 ਤੱਕ ਆਇਲ ਦੀ ਜਿਹੜੀ ਡਿਮਾਂਡ ਆ ਪਲੈਟੋ ਹੋ ਜਾਣੀ ਆ। ਪਲੈਟੋ ਹੋ ਕੇ ਉਸ ਤੋਂ ਬਾਅਦ ਡਿਕਲਾਈਨ ਸ਼ੁਰੂ ਹੋ ਜਾਣਾ, ਕਿਉਂਕਿ ਜਿਹੜੀਆਂ ਹੁਣ ਆਪਾਂ ਦੇਖ ਲਈਏ GE ਵਰਗੀਆਂ, ਆਪਣੀ GM ਵਰਗੀਆਂ ਕੰਪਨੀਆਂ, ਉਹ ਵੀ ਇਲੈਕਟ੍ਰਿਕ ਵਹੀਕਲਸ ਬਣਾ ਰਹੀਆਂ। ਉਹ ਵੀ ਕਹਿ ਰਹੀਆਂ ਕਿ ਅਗਲੇ 10 ਸਾਲਾਂ 'ਚ ਅਸੀਂ 1 ਮਿਲੀਅਨ 1.5 ਮਿਲੀਅਨ ਇਲੈਕਟ੍ਰਿਕ ਵਹੀਕਲਸ ਬਣਾਉਣੇ ਆ। ਉਹਨਾਂ ਦੀ ਵੀ ਸੋਚ ਚੇਂਜ ਹੋ ਰਹੀ ਹੈਗੀ ਆ। ਬਿਲਕੁਲ ਇੱਕ ਪੈਰਾਡਾਈਮ ਸ਼ਿਫਟ ਆ ਰਿਹਾ ਵਾ। ਲੋਕ ਕੁਐਸਚਨ ਕਰਨਾ ਸ਼ੁਰੂ ਕਰ ਚੁੱਕੇ ਨੇ ਹੁਣ। ਅੱਗੇ ਕੀ ਹੁੰਦਾ ਸੀਗਾ ਕਿ ਲੋਕ ਕੁਐਸਚਨ ਨਹੀਂ ਕਰਦੇ, ਪਰ ਜਿਹੜੇ ਖਾਸ ਕਰ ਮਿਲੇਨੀਅਲਸ ਨੇ ਉਹ ਕੁਐਸਚਨ ਕਰਦੇ ਨੇ ਕਿ ਵਾਈ। ਹੁਣ ਅਲਬਰਟਾ ਦੇ ਵਿੱਚ ਸਾਡੀ ਅਪਰੋਚ ਹੋਣੀ ਚਾਹੀਦੀ ਆ। ਇੱਕ ਪਾਸੇ ਡਾਈਵਰਸਿਫਿਕੇਸ਼ਨ ਤੇ ਇੱਕ ਪਾਸੇ ਡੀਕਾਰਬਨਾਈਜੇਸ਼ਨ, ਰਾਈਟ। ਡੀਕਾਰਬਨਾਈਜੇਸ਼ਨ ਦਾ ਮਤਲਬ ਇਹ ਨਹੀਂਗਾ ਕਿ ਅਸੀਂ ਤੇਲ ਕੱਢਣਾ ਬੰਦ ਕਰ ਦੇਣਾ। ਡੀਕਾਰਬਨਾਈਜੇਸ਼ਨ ਦਾ ਮਤਲਬ ਕਿ ਤੇਲ ਦੇ ਜਿਹੜਾ ਕੱਢਣਾ ਉਹਦਾ ਇੰਪੈਕਟ ਕਿੱਦਾਂ ਘਟਾਉਣਾ এনवायरमेंट ਨੂੰ, ਚਾਹੇ ਉਹ ਮੈਥੇਨ ਆ, ਚਾਹੇ ਉਹ CO2 ਐਮਿਸ਼ਨਸ ਨੇ। ਹੁਣ ਜਿਵੇਂ ਅਲਬਰਟਾ ਦੀ ਪਾਰਟੀਕੂਲਰ, ਕਿਉਂਕਿ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਵੇਂ ਅਲਬਰਟਾ ਦੇ ਵਿੱਚ ਆਇਲ ਹੈਗਾ, ਦੀ ਇਕਨੋਮੀ ਵੀ ਇਹਦੇ ਤੇ ਡਿਪੈਂਡੈਂਟ ਹੈਗੇ ਆ। ਜੇ ਆਪਾਂ ਇਸ ਵਿਚਾਰ ਦੇ ਨਾਲ ਸਹਿਮਤ ਹੋ ਜਾਂਦੇ ਆ ਕਿ ਫੋਸਲ ਫਿਊਲ ਜਿਹੜਾ ਹੈਗਾ ਵੀ ਧਰਤੀ ਦੇ ਥੱਲੇ ਹੀ ਰਹਿਣਾ ਚਾਹੀਦਾ ਹੈਗਾ, ਵੀ ਇਹਨੂੰ ਕੱਢਣਾ ਹੀ ਨਹੀਂ ਚਾਹੀਦਾ ਹੈਗਾ, ਵੀ ਹੋਰ ਕੋਈ ਆਪਾਂ ਨੂੰ ਸੋਰਸਿਸ ਲੱਭਣੇ ਚਾਹੀਦੇ ਨੇ, ਫਿਰ ਸਾਡੀ ਇਕਨੋਮੀ ਦਾ ਸਾਡਾ ਮੇਨ ਜਿਹੜਾ ਨੈਚੁਰਲ ਰਿਸੋਰਸ ਉਹ ਖਤਮ ਹੋ ਜਾਂਦਾ ਹੈਗਾ ਨਾ। ਇੱਕ ਤਾਂ ਇਹ ਹੋ ਜਾਂਦਾ ਹੈਗਾ ਜੇ ਅਸੀਂ ਉਸੇ, ਪਰ ਹੁਣ ਜਿਹੜਾ ਮਾਰਕੀਟ ਦੇ ਨਾਲ ਵੀ ਸਾਨੂੰ ਫਰਕ ਪੈ ਰਿਹਾ ਕਿ ਜੇ ਮਾਰਕੀਟ 'ਚ ਆਇਲ ਪ੍ਰਾਈਸਿਸ ਹੀ ਨਹੀਂ ਹੈਗੇ ਤੇ ਅਸੀਂ ਕਿੱਥੇ ਵੇਚ ਲਾਵਾਂਗੇ, ਹੈ ਨਾ। ਤੇ ਜੇ ਦੈਟ ਮੀਨਸ ਕਿ ਆਪਾਂ ਬੜੇ ਕਸੂਤੀ ਸਥਿਤੀ ਦੇ ਵਿੱਚ ਫਸੇ ਹੋਏ ਆ, ਅਸੀਂ ਡਿਪੈਂਡੈਂਟ ਵੀ ਉਹਦੇ 'ਤੇ ਹੈਗੇ ਆ, ਤੇ ਜੇ ਅਸੀਂ ਉਹਨੂੰ ਕੱਢਦੇ ਨਹੀਂ ਹੈਗੇ ਤੇ ਤਾਂ ਵੀ ਜਿਹੜਾ ਹੈਗਾ ਵੀ ਸਾਡਾ ਨੁਕਸਾਨ ਵੀ ਹੁੰਦਾ ਹੈਗਾ। ਤੇ ਜੇ ਅਸੀਂ ਮਤਲਬ ਵੀ ਸਿਰਫ ਉਹਦੇ ਵੱਲ ਹੀ ਇੱਕ ਫੋਕਸ ਰਹਿੰਦੇ ਹੈਗੇ ਆ ਵੀ ਇਹਨੂੰ ਕੱਢੀਏ, ਇਹਨੂੰ ਵੇਚੀਏ, ਇਹਨੂੰ ਪਾਈਪਲਾਈਨ ਬਣਾਈਏ, ਉਹਨੂੰ ਬਣਾਈਏ, ਜਿਹੜੇ ਆਲਟਰਨੇਟਿਵ ਜਿਹੜੇ ਹੋਰ ਲੋਕੀ ਜਿਹੜੇ ਤਰੱਕੀ ਕਰ ਰਹੇ ਨੇ, ਜਾਂ ਜੇ ਉਹਦੀ GM ਦੀ ਉਦਾਹਰਨ ਦਿੱਤੀ ਹੈ, ਉਹ ਇਲੈਕਟ੍ਰਿਕ ਕਾਰਾਂ ਵੱਲ ਜਾ ਰਹੇ ਹੈਗੇ ਨੇ, ਜਾਂ ਹੋਰ ਰੀਨਿਊਏਬਲ એનર્ਜੀ ਰਿਸੋਰਸਿਸ ਡਿਵੈਲਪ ਕਰਨ ਵੱਲ ਜਾ ਰਹੇ ਆ, ਕਿਤੇ ਅਲਬਰਟਨਸ ਉਹਨੂੰ ਮਿਸ ਤੇ ਨਹੀਂ ਕਰ ਜਾਣਗੇ ਇਸ ਚੱਕਰ ਦੇ ਵਿੱਚ ਕਿ ਜੇ ਅਸੀਂ, ਮੈਂ ਕਹਾਂਗਾ ਵੀ ਵਿੰਡ ਮਿਲਸ ਜਿਹੜੀਆਂ ਜ਼ਿਆਦੀਆਂ ਹੋਣੀਆਂ ਚਾਹੀਦੀਆਂ, ਵੀ ਉੱਥੋਂ એનર્ਜੀ ਆਉਣੀ ਚਾਹੀਦੀ ਹੈਗੀ ਹੈ ਨਾ, ਜਾਂ ਕੋਇਲ ਜਿਹੜੀ ਹੈ, ਕੋਲ ਨੂੰ ਜਿਹੜਾ ਨਹੀਂ ਯੂਜ਼ ਕਰਨਾ ਚਾਹੀਦਾ, ਤੇ ਮੈਨੂੰ ਵੀ ਐਂਟੀ ਜਿਹੜਾ ਹੈਗਾ ਅਲਬਰਟਨ ਮੰਨਿਆ ਜਾਏਗਾ। ਤੇ ਇਹਦੇ ਨਾਲ ਇਹ ਹੋਏਗਾ ਵੀ ਆਉਂਦੇ ਸਮੇਂ ਦੇ ਵਾਸਤੇ ਜਿਹੜੀ ਸਾਨੂੰ ਤਿਆਰੀ ਕਰਨੀ ਚਾਹੀਦੀ ਅੱਜ, ਉਹਨੂੰ ਅਸੀਂ ਮਿਸ ਤੇ ਨਹੀਂ ਕਰ ਜਾਵਾਂਗੇ ਕਿਤੇ। ਨਹੀਂ ਦੇਖੋ, ਬਿਲਕੁਲ ਜਿਹੜਾ ਅਲਬਰਟਾ ਅਸੀਂ ਇੱਕੋ ਸਾਡੀ ਵਿਜ਼ਨ ਰਹੀ, ਆਇਲ ਐਂਡ ਗੈਸ। ਅਸੀਂ ਇਹਦੇ ਤੇ ਨਾ ਰਿਲਾਈ ਕਰ ਲਿਆ ਕਿ ਅਸੀਂ ਹੋਰ ਪਾਸੇ ਸੋਚਿਆ ਹੀ ਨਹੀਂ। ਅਸੀਂ ਬਸ ਇਹਦੇ ਰੈਵਨਿਊ ਜਿਹੜਾ ਆ ਰਿਹਾ ਸੀਗਾ ਉਹਦੇ ਤੇ ਹੀ ਡਿਪੈਂਡੈਂਟ ਕਰ ਲਿਆ, ਇਕਨੋਮੀ ਨੂੰ ਡਿਵਰਸੀਫਾਈ ਨਹੀਂ ਕੀਤਾ। ਐਜ਼ ਐਨ ਅਲਬਰਟਨ ਮੈਂ ਜਦੋਂ ਦੇਖਦਾ ਜਿੰਨੀਆਂ ਵੀ ਇੱਥੇ ਜੌਬਾਂ ਨੇ ਉਹਦੇ ਵਿੱਚੋਂ ਜੇ ਮੈਂ ਦੇਖਾਂ 60% ਜੌਬਸ ਕਿਤੇ ਨਾ ਕਿਤੇ ਆਇਲ ਐਂਡ ਗੈਸ ਰੈਵਨਿਊ ਦੇ ਬੇਸ ਤੇ ਚੱਲ ਰਹੀਆਂ ਨੇ। ਚਾਹੇ ਕੋਈ ਵੀ ਕੁਛ ਵੀ ਕਵੇ, ਜੇ ਕੋਈ ਬੰਦਾ ਰੈਸਟੋਰੈਂਟ ਦੇ ਵਿੱਚ ਖਾਣ ਜਾਂਦਾ ਵਾ ਤੇ ਉੱਥੇ ਜੇ ਆਇਲ ਕੰਪਨੀਆਂ ਤੋਂ ਲੋਕ ਜਿਹੜੇ ਕੰਮ ਕਰਦੇ ਖਰਚਾ ਘਟਾ ਦੇਣ ਤਾਂ ਸ਼ਾਇਦ ਜੇ ਉਹਨੂੰ 3 ਵੇਟਰ ਚਾਹੀਦੇ ਆ ਉਹ ਇੱਕੋ ਵੇਟਰ ਨਾਲ ਗੁਜ਼ਾਰਾ ਕਰ ਲੂ। ਸਰਵਿਸ ਕੰਪਨੀਆਂ ਨੇ, ਕੈਂਪ ਜਿਹੜੇ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਲੋਕ ਰਹਿੰਦੇ ਨੇ ਜਿਹੜੇ, ਸੋ ਆਇਲ ਐਂਡ ਗੈਸ ਬਹੁਤ ਪਲੇ ਕਰਦਾ ਰੋਲ ਸਾਡੀ ਇਕਨੋਮੀ ਦੇ ਵਿੱਚ। ਪਰ ਜਿੱਦਾਂ ਤੁਸੀਂ ਗੱਲ ਕਹੀ, ਪਰ ਹੁਣ ਜਿਹੜੀਆਂ ਕ੍ਰਾਈਸਿਸ ਆ, ਇਹ ਸਾਡੇ ਲਈ ਵੇਕਅਪ ਕਾਲ ਹੋਣੀ ਚਾਹੀਦੀ ਆ ਕਿ ਅਸੀਂ ਕਰਨਾ ਕੀ ਅੱਗੇ। ਦੋ ਚੀਜ਼ਾਂ, ਪਹਿਲੀ ਕਿ ਸਾਨੂੰ ਹੋਰ ਸੋਰਸ ਆਫ ਰੈਵਨਿਊ ਲੱਭਣੇ ਪੈਣੇ ਆ ਕਿ ਅਸੀਂ ਸਿਰਫ ਆਇਲ ਤੇ ਨਾ ਡਿਪੈਂਡੈਂਟ ਰਹੀਏ, ਤੇ ਉਹ ਸੋਰਸ ਆਫ ਰੈਵਨਿਊ ਕੀ ਨੇ? ਕੀ ਹੈ? ਸੇਲਸ ਟੈਕਸ, ਰਾਈਟ। ਹਾਲਾਂਕਿ 2014 ਦੇ ਵਿੱਚ ਇੱਕ ਰਿਪੋਰਟ ਪਬਲਿਕ ਸਕੂਲ ਆਫ ਪਾਲਿਸੀ ਇੱਥੇ ਯੂਨੀਵਰਸਿਟੀ ਆਫ ਕੈਲਗਰੀ, ਟ੍ਰੈਵਰ ਟੋਮ ਨੇ ਕੱਢੀ ਸੀਗੀ। ਉਦੋਂ ਉਹਨਾਂ ਨੇ ਕਿਹਾ ਸੀ ਵੀ ਜੇ ਅਸੀਂ 4% ਵੀ ਸੇਲਸ ਟੈਕਸ ਲਾ ਦਿੰਦੇ ਆ ਤੇ ਜਿਹੜਾ ਉਸ ਵਕਤ ਟੈਕਸ ਕ੍ਰੈਡਿਟ ਸੀਗਾ, ਬ੍ਰੈਕਟ ਸੀਗਾ 17,000 ਤੋਂ ਉੱਤੇ ਕਿਸੇ ਨੂੰ ਜੇ ਉਹ ਬਣਾਉਂਦੇ ਸੀ ਉਹਨਾਂ ਨੂੰ ਟੈਕਸ ਨਹੀਂ ਲੱਗਦਾ। ਤੇ ਉਹ ਕਹਿੰਦੇ ਸੀਗੇ ਵੀ ਇਹਨੂੰ ਟੈਕਸ ਬ੍ਰੈਕਟ ਨੂੰ ਵਧਾਓ ਤਾਂ ਜੋ ਜਿੱਦਾਂ 55,000 ਜੇ ਹਾਊਸ ਹੋਲਡ ਇਨਕਮ ਆ ਕੋਈ ਟੈਕਸ ਨਾ ਦੇਣ। ਉਹਦੇ ਨਾਲ ਕੀ ਹੋਊਗਾ ਕਿ ਜਿਹੜਾ ਡਿਸਪੋਜ਼ੇਬਲ ਇਨਕਮ ਆ ਉਹਨਾਂ ਦੀ ਉੱਤੇ ਜਾਊਗੀ। ਉਹਦੇ ਨਾਲ ਜਿਹੜਾ ਸੇਲਸ ਟੈਕਸ ਦਾ ਜਿਹੜਾ ਉਹਨਾਂ ਤੇ ਇਫੈਕਟ ਪਊਗਾ ਉਹ ਬਿਲਕੁਲ ਹੋ ਜਾਊਗਾ ਮਿਟੀਗੇਟ। ਪਰ ਉਹ ਕਹਿੰਦੇ 4% ਸੇਲਸ ਟੈਕਸ ਲਾਉਣ ਦੇ ਨਾਲ ਸਾਡਾ ਸੋਰਸ ਆਫ ਰੈਵਨਿਊ ਇੰਨਾ ਵੱਧ ਜਾਊਗਾ ਕਿ ਸਾਨੂੰ $4-5 ਬਿਲੀਅਨ ਐਨੂਅਲੀ ਆਊਗਾ। ਹੁਣ ਇਮੈਜਿਨ ਕਰੋ ਤੁਸੀਂ ਕਿ ਜੇ ਸਾਡਾ ਬਜਟ, ਅਸੀਂ ਕਹਿੰਦੇ ਨੇ ਜੀ ਸਾਡਾ ਬਜਟ ਡੈਫਿਸਿਟ 7 ਬਿਲੀਅਨ ਆ, ਹੁਣ ਜਿਹੜੀ ਸੇਲਸ ਟੈਕਸ ਲਾ ਕੇ ਵਿਦਨ ਈਅਰ ਐਂਡ ਹਾਫ ਉਹਨੂੰ ਐਲੀਮੀਨੇਟ ਕਰ ਦਿੰਦੇ ਆ, ਉਸ ਤੋਂ ਬਾਅਦ ਜਿਹੜਾ ਤੇਲ ਦਾ ਰੈਵਨਿਊ ਆ ਉਹਦੇ ਤੇ ਅਸੀਂ ਇੰਨੇ ਡਿਪੈਂਡੈਂਟ ਨਹੀਂ ਰਵਾਂਗੇ, ਹਨਾ। ਦੈਟ ਮੀਨਸ ਕੋਈ ਡਿਸੀਜਨ ਲੈਣੇ ਪੈਣੇ ਹੈਗੇ ਨੇ ਵੀ ਜੇ ਤੁਸੀਂ ਇੱਕ ਇਹ ਵੀ ਹੈਗਾ ਜਿਵੇਂ COVID-19 ਤੇ ਕਰਕੇ ਇੱਕ ਉਹ ਝਟਕਾ ਲੱਗ ਗਿਆ ਹੈਗਾ ਅਲਬਰਟਾ ਨੂੰ ਖਾਸ ਕਰਕੇ
ਕਿ ਜਿਹੜਾ ਹੋ ਸਕਦਾ ਕਿ ਹੌਲੀ ਹੌਲੀ ਇਹਨੂੰ ਲੱਗਣਾ ਸੀ, ਜਿਵੇਂ ਆਪਾਂ ਕਹੀਏ ਵੀ ਡਿਮਾਂਡ ਘਟਣੀ ਸੀ, ਇਲੈਕਟ੍ਰਿਕ ਗੱਡੀਆਂ ਆਉਣੀਆਂ ਸੀ, ਦੂਜੀਆਂ ਚੀਜ਼ਾਂ ਆਉਣੀਆਂ ਸੀ, ਹੈ ਨਾ, ਸੋਲਰ ਇੰਡਸਟਰੀ ਵੱਲ ਚਲੇ ਜਾਣਾ ਸੀ, ਤੇ ਉਹ ਜਿਹੜਾ ਅੱਜ ਤੋਂ 5-10 ਸਾਲ ਬਾਅਦ 'ਚ ਉਹਨੂੰ ਝਟਕਾ ਲੱਗਣਾ ਸੀ ਵੀ ਆਪਾਂ ਰੈਵਨਿਊ ਰਿਹਾ ਹੀ ਨਹੀਂ ਹੈਗਾ, ਜਿਵੇਂ ਅੱਜ ਰੈਵਨਿਊ ਇੱਕ ਤਰ੍ਹਾਂ ਦਾ ਵੀ ਐਲੀਮੀਨੇਟ ਹੋ ਰਿਹਾ ਹੈਗਾ ਵੀ ਅਲਬਰਟਾ ਦੀ ਜਿਹੜੀ ਰਾਇਲਟੀਜ਼ ਤੋਂ ਆਉਣਾ ਸੀ ਆਇਲ ਐਂਡ ਗੈਸ ਤੋਂ ਤਕਰੀਬਨ ਐਲੀਮੀਨੇਟ ਹੋ ਰਿਹਾ। ਤੁਹਾਨੂੰ ਲੱਗਦਾ ਕਿ ਉਹ ਜਿਹੜਾ 10-15 ਸਾਲ ਬਾਅਦ 'ਚ ਸਬਕ ਸਾਨੂੰ ਮਿਲਣਾ ਸੀ ਉਹ ਅੱਜ ਹੀ ਜਿਹੜਾ ਹੈਗਾ ਵੀ ਸਾਨੂੰ ਸਾਡੇ ਕੰਨ ਖੜੇ ਹੋ ਜਾਣੇ ਚਾਹੀਦੇ ਹੈਗੇ ਕਿ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ? ਦੇਖੋ ਜੀ, ਚੰਗੀ ਲੀਡਰਸ਼ਿਪ ਉਹ ਹੁੰਦੀ ਆ ਜਿਹੜੀ ਫਿਊਚਰ ਨੂੰ ਪ੍ਰੈਜ਼ੈਂਟ 'ਚ ਲੈ ਆਉਂਦੀ ਆ, ਫਿਊਚਰ ਬਾਰੇ ਪ੍ਰੈਜ਼ੈਂਟ 'ਚ ਲਿਆ ਕੇ ਸੋਚਦੀ ਆ ਜੀ ਕਿ ਕੱਲ ਜਿਹੜਾ ਦੇਖਣਾ ਉਹ ਅੱਜ ਕਿੱਦਾਂ ਦੇਖ ਰਿਹਾ। ਇਸ ਕਰਕੇ ਜਿਹੜੇ ਪੀਟਰ ਲੋਹਿਡ ਨੇ, ਮੈਂ ਉਹਨਾਂ ਨੂੰ ਇੱਕ ਵਨ ਆਫ ਦਾ ਬੈਸਟ ਪ੍ਰੀਮੀਅਰ ਆਫ ਅਲਬਰਟਾ ਕਹੂੰਗਾ। ਉਹਨਾਂ ਨੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਆਇਲ ਸੈਂਡਸ, ਸਾਡਾ ਆਇਲ ਸੈਂਡ ਜ਼ਿਆਦਾ ਮਾਈਨਿੰਗ ਦੇ ਨਾਲ ਕੱਢ ਰਿਹਾ ਹੈ। ਉਹਨਾਂ ਨੇ 70 ਦੇ ਦਹਾਕੇ ਦੇ ਵਿੱਚ ਇੱਕ ਅਲਬਰਟਾ ਆਇਲ ਸੈਂਡ ਟੈਕਨੋਲੋਜੀ ਐਂਡ ਰਿਸਰਚ ਅਥਾਰਟੀ ਬਣਾਈ। ਉਹਦੇ ਵਿੱਚ ਅੱਜ ਦੇ ਡਾਲਰ ਦੇ ਵਿੱਚ $1.4 ਬਿਲੀਅਨ ਇਨਵੈਸਟ ਕੀਤਾ। ਉਹਦੇ ਵਿੱਚੋਂ ਪ੍ਰੋਸੈਸ ਨਿਕਲੀ ਸੈਗਡੀ, ਜਿਹਦੇ ਕਰਕੇ ਅੱਜ 80% ਆਇਲ ਸਾਡੇ ਕੋਲ ਆ ਰਿਹਾ। ਉਹਨਾਂ ਨੇ ਉਸ ਵਕਤ ਸੋਚਿਆ ਸੀ ਕਿ ਇਹ ਜਿਹੜੀ ਪ੍ਰੋਸੈਸ ਹੈ ਸਸਟੇਨੇਬਲ ਨਹੀਂ। ਉਹਨਾਂ ਨੇ ਪਬਲਿਕ ਬੈਨੀਫਿਟ ਦੀ ਗੱਲ ਸੋਚੀ, ਉਹਨਾਂ ਨੇ ਇਨੋਵੇਸ਼ਨ ਦੀ ਗੱਲ ਸੋਚੀ, ਉਹਨਾਂ ਨੇ ਇੰਕਰੀਮੈਂਟਲ ਫਾਇਦੇ ਦੀ ਗੱਲ ਨਹੀਂ ਦੇਖੀ ਕਿ ਸ਼ੋਰਟ ਟਰਮ 'ਚ, ਉਹਨਾਂ ਨੇ ਕੱਲ ਦੀ ਗੱਲ। ਉਹੀ ਅੱਜ ਦੀ ਸਰਕਾਰ ਨੂੰ ਸੋਚਣਾ ਪੈਣਾ ਵਾ ਕਿ ਜਿੱਦਾਂ ਤੁਸੀਂ ਕਿਹਾ ਕਿ ਦੁਨੀਆ ਇੱਕ ਪਾਸੇ ਜਾ ਰਹੀ ਆ, ਅਸੀਂ ਇੱਕਦਮ ਜੰਪ ਮਾਰ ਕੇ ਉੱਧਰ ਨਹੀਂ ਜਾ ਸਕਦੇ, ਸਾਨੂੰ ਇੱਕ ਬ੍ਰਿਜ ਬਣਾਉਣਾ ਪੈਣਾ। ਬ੍ਰਿਜ ਬਣਾਉਣ ਦੇ ਲਈ ਸਾਨੂੰ ਜਿਹੜੀ ਸਾਡੀ ਇਨੋਵੇਸ਼ਨ ਆ ਉਹਦੇ ਵਿੱਚ ਇਨਵੈਸਟ ਕਰਨਾ ਪੈਣਾ। ਉਹ ਟ੍ਰਾਂਜੀਸ਼ਨ ਹੈਗੀ, ਜਿੰਨੀ ਸਮੂਥਲੀ ਤੁਸੀਂ ਕਰ ਲਓਗੇ ਉਨੀ ਤੁਸੀਂ ਤੁਹਾਡੀ ਸਿਆਣਪ ਉਹਦੇ ਵਿੱਚ। ਬਿਲਕੁਲ, ਅਸੀਂ ਇੱਕਦਮ ਨਹੀਂ ਕਹਿ ਸਕਦੇ ਕਿ ਜੀ ਅਸੀਂ ਰਿਨਿਊਏਬਲਸ ਤੇ ਚਲੇ ਜਾਣਾ, ਆਲਟਰਨੇਟਿਵ ਐਨਰਜੀ ਤੇ, ਕਿਉਂਕਿ ਹਜੇ ਉਨੀ ਹੈ ਵੀ ਨਹੀਂ ਗੀ। ਤੇ ਆਲਟਰਨੇਟਿਵ ਐਨਰਜੀ ਆ ਜਿਹੜੀ ਉਹਦੇ ਬੜੀ ਕੈਪੀਟਲ ਇੰਟੈਂਸਿਵ ਆ, ਬਹੁਤ ਪੈਸਾ ਲੱਗਦਾ ਵਾ, ਇੱਕ ਦਿਨ ਆਊਗੀ ਪਰ ਉਦੋਂ ਤੱਕ ਅਸੀਂ ਕੀ ਕਰਨਾ, ਉਦੋਂ ਤੱਕ ਸਾਡਾ ਆਇਲ ਸਾਨੂੰ ਉੱਥੇ ਲੈ ਕੇ ਜਾਊਗਾ, ਪਰ ਅਸੀਂ ਉਹ ਆਇਲ ਨੂੰ ਕਿੱਦਾਂ ਹੈਲਪ ਕਰਨਾ ਉਹ ਸਾਡੀ ਰਿਸਪੌਂਸਿਬਿਲਿਟੀ ਆ। ਹੁਣ ਜਿੱਦਾਂ ਤੁਸੀਂ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, 2018 ਦੇ ਵਿੱਚ ਇੱਥੋਂ ਦੀ ਸਰਕਾਰ ਜਿਹੜੀ ਪ੍ਰੋਵਿੰਸ਼ੀਅਲ ਸੀਗੀ, ਉਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਸੀਗਾ ਜਿਹਦਾ ਨਾਮ ਸੀਗਾ ਐਨਰਜੀ ਡਾਇਵਰਸੀਫਿਕੇਸ਼ਨ ਐਕਟ। ਉਹਨਾਂ ਨੇ ਉਦੋਂ ਇਹ ਕਿਹਾ ਸੀਗਾ ਕਿ ਜਿੱਦਾਂ ਮੈਂ ਗੱਲ ਕੀਤੀ, ਅਸੀਂ ਤੇਲ ਨੂੰ ਪਾ ਦਿੰਦੇ ਹਾਂ ਪਾਈਪਲਾਈਨ ਦੇ ਵਿੱਚ, ਤੇਲ ਜਾਂਦਾ ਪਰ ਤੇਲ ਇੰਨਾ ਗਾੜਾ ਉਹਨੂੰ ਫਲੋ ਕਰਨਾ ਔਖਾ, ਉਹਦੇ ਕਰਕੇ ਉਹਦੇ 'ਚ ਅਸੀਂ ਡਾਇਲੂਐਂਟ ਮਿਕਸ ਕਰਦੇ ਹਾਂ। ਜਦੋਂ ਅਸੀਂ ਡਾਇਲੂਐਂਟ ਮਿਕਸ ਕੀਤਾ ਵੋਲਿਊਮ ਘਟ ਜਾਂਦੀ ਆ। ਜੇ ਅਸੀਂ ਇਕੱਲੇ ਤੇਲ ਨੂੰ ਕੱਚੇ ਨੂੰ ਭੇਜੀਏ, ਲੈਟਸ ਸੇ ਇੱਕ ਪਾਈਪਲਾਈਨ ਦੇ ਵਿੱਚ ਅਸੀਂ 1 ਮਿਲੀਅਨ ਬੈਰਲ ਭੇਜਦਾ, ਪਰ ਜਦੋਂ ਡਾਇਲੂਐਂਟ ਮੈਂ ਐਡ ਕਰਦਾ ਮੇਬੀ 7 ਲੱਖ ਭੇਜ ਸਕਦੇ ਹਾਂ। ਤਾਂ ਉਸ ਸਰਕਾਰ ਨੇ ਡਾਇਵਰਸੀਫਿਕੇਸ਼ਨ ਐਕਟ ਦੇ ਥੱਲੇ $1 ਬਿਲੀਅਨ ਸਾਈਡ ਤੇ ਕੀਤਾ ਸੀ ਕਿ ਅਸੀਂ ਪਾਰਸ਼ਲ ਅਪਗ੍ਰੇਡਿੰਗ ਸ਼ੁਰੂ ਕਰਾਂਗੇ ਇੱਥੇ। ਜਾਣੀ ਕਿ ਪੂਰਾ ਅਪਗ੍ਰੇਡ ਨਾ ਕਰੋ ਉਹਨੂੰ, ਕਿਉਂਕਿ ਉਹਦੇ 'ਚ ਖਰਚਾ, ਪਰ ਉਹਨੂੰ ਪਾਰਸ਼ਲੀ ਕਰ ਦਿਓ ਤਾਂ ਜੋ ਪਾਈਪਲਾਈਨ 'ਚ ਪਾਇਆ ਜਾਵੇ, ਉਹਦੇ 'ਚ ਕੁਝ ਹੋਰ ਨਾ ਮਿਕਸ ਕਰਨਾ ਜਾਵੇ ਤੇ ਉਹ ਈਜ਼ੀਲੀ ਫਲੋ ਹੋ ਸਕੇ, ਕਿਉਂਕਿ ਉਹ ਪਾਰਸ਼ਲ ਆ, ਉਹਦੀ ਪੈਸੇ ਸਾਨੂੰ ਜ਼ਿਆਦਾ ਮਿਲਣਗੇ, ਉਹਦੀ ਕੀਮਤ ਜ਼ਿਆਦਾ ਮਿਲੂਗੀ। ਅਨਫੋਰਚੂਨੇਟਲੀ ਸਰਕਾਰ ਚੇਂਜ ਹੋ ਗਈ ਤੇ ਉਹ ਕਿਤੇ ਨਹੀਂ ਗਿਆ। ਸੋ ਇਹੋ ਜਿਹੀ ਇਨੋਵੇਟਿਵ ਚੀਜ਼ਾਂ ਜਿਹੜੀਆਂ ਨੇ ਉਹ ਸਾਡੀ ਸਰਕਾਰ ਨੂੰ। ਦੂਸਰੀ ਜਿਹੜੀ ਇੰਡਸਟਰੀ ਆ, ਇੰਡਸਟਰੀ ਦੇ ਵਿੱਚ ਇਸ ਵਕਤ ਇੱਕ ਫੀਅਰ ਆ, ਡੀਪ ਵੈਲੀ ਪ੍ਰੋਬਲਮ ਉਹਨੂੰ ਕਹਿੰਦੇ ਆ। ਇੰਡਸਟਰੀ ਕੋਲ ਆਈਡੀਆਜ਼ ਬਹੁਤ ਨੇ, ਇੰਡਸਟਰੀ ਨੂੰ ਵੀ ਪਤਾ, ਇੰਡਸਟਰੀਆਂ ਹੁਣ ਜਿਹੜੀਆਂ ਉਹ ਵੀ ਸੋਚ ਰਹੀਆਂ ਕਿ ਜੇ ਅਸੀਂ ਕਾਰਬਨ ਘੱਟ ਨਾ ਕੀਤਾ, ਮੈਥੇਨ ਐਮਿਸ਼ਨਸ ਨਾ ਘੱਟ ਕੀਤੀਆਂ, ਜਿਸ ਤਰ੍ਹਾਂ ਲੋਕਾਂ ਦਾ ਬਿਹੇਵੀਅਰ ਚੇਂਜ ਹੋ ਰਿਹਾ, ਸਾਡੀ ਸੋਸ਼ਲ ਰਿਸਪੌਂਸਿਬਿਲਿਟੀ ਕਾਊਂਟ ਕਰਨੀ ਹੈ ਲੋਕਾਂ ਨੇ। ਬਿਲਕੁਲ। ਸੋ ਉਹ ਵੀ ਹੁਣ ਅੱਗੇ ਨਵੇਂ ਚੀਜ਼ਾਂ ਲਿਆ ਰਹੀਆਂ ਨੇ, ਪਰ ਅਨਫੋਰਚੂਨੇਟਲੀ ਜਿੱਦਾਂ ਮੈਂ ਗੱਲ ਕੀਤੀ ਉਹ ਡੀਪ ਵੈਲੀ ਪ੍ਰੋਬਲਮ ਤੋਂ ਡਰਦੀਆਂ ਨੇ। ਕੋਈ ਵੀ ਤੁਸੀਂ ਟੈਕਨੋਲੋਜੀ ਲਿਆਉਣੇ ਪਹਿਲਾਂ ਉਹਨੂੰ ਪਾਇਲਟ ਕਰਨਾ ਪੈਂਦਾ, ਪਾਇਲਟ ਕਰਨ ਤੋਂ ਬਾਅਦ ਉਹਨੂੰ ਕਮਰਸ਼ੀਅਲਾਈਜ਼ ਕਰਨਾ ਪੈਂਦਾ। ਪਾਇਲਟ ਦੇ ਵਿੱਚ ਖਰਚਾ ਬਹੁਤ ਹੁੰਦਾ, ਇਸ ਵਕਤ ਉਹਨਾਂ ਦਾ ਐਪੇਟਾਈਟ ਹੈ ਨਹੀਂ ਕਿ ਉਹ ਖਰਚਾ ਕਰ ਸਕਣ, ਕਿਉਂਕਿ ਪ੍ਰਾਈਸਿਸ ਘੱਟ ਨੇ। ਤਾਂ ਉੱਥੇ ਸਾਡੀ ਸਰਕਾਰ ਸਟੈਪ ਇਨ ਨਹੀਂ ਕੀਤੀ ਹਜੇ ਤੱਕ, ਕਿਉਂਕਿ ਉਹ ਡੀਪ ਵੈਲੀ ਜਿਹਦਾ ਮੈਂ ਗੱਲ ਕੀਤੀ, ਉਹਨੇ ਅੱਜ ਪਾਇਲਟ ਸ਼ੁਰੂ ਕੀਤਾ, ਉਹਨਾਂ ਨੂੰ 3 ਸਾਲ ਬਾਅਦ ਰਿਜ਼ਲਟ ਮਿਲਣੇ ਆ, 3 ਸਾਲ ਉਹਨਾਂ ਦਾ ਕੈਸ਼ ਫਲੋ ਨੈਗੇਟਿਵ ਆ ਉਹਦੇ ਚੋਂ। ਬਿਲਕੁਲ। ਦੂਜਾ ਇੱਥੇ ਇਹ ਵੀ ਹੁਣ ਚਲੋ ਪ੍ਰੈਜ਼ੈਂਟ ਸਿਚੁਏਸ਼ਨ ਇਦਾਂ ਦੀ ਹੈਗੀ ਆ ਨਾ, ਵਰਲਡ ਵਾਈਡ ਇਦਾਂ ਦੀ ਹੈਗੀ ਆ ਕਿ ਜਿਹੜਾ ਵੀ ਅਸਰ ਪੈਣਾ ਸੀ ਉਹ ਪੈ ਰਿਹਾ ਤੇ ਉਹਦੀ ਸਾਨੂੰ ਹੀਟ ਵੀ ਮਹਿਸੂਸ ਹੋ ਰਹੀ ਹੈਗੀ ਆ। ਪਰ ਗੌਰਮੈਂਟ ਫੈਡਰਲ ਲੈਵਲ ਤੇ ਜਾਂ ਪ੍ਰੋਵਿੰਸ਼ੀਅਲ ਲੈਵਲ ਤੇ ਆਇਲ ਐਂਡ ਗੈਸ ਇੰਡਸਟਰੀ 'ਚ ਤੁਸੀਂ ਵੀ ਕੰਮ ਕਰਦੇ ਹੈਗੇ ਹੋ, ਕਿਸ ਤਰ੍ਹਾਂ ਦੀ ਸਪੋਰਟ ਜਿਹੜੀ ਹੈਗੀ ਆ ਵੀ ਡਿਮਾਂਡ ਕੀਤੀ ਜਾ ਰਹੀ ਹੈਗੀ ਵੀ ਆਇਲ ਐਂਡ ਗੈਸ ਇੰਡਸਟਰੀ ਨੂੰ ਜਿਹੜੀ ਹੋਣੀ ਚਾਹੀਦੀ ਹੈਗੀ, ਤੇ ਕਿਸ ਤਰ੍ਹਾਂ ਦੀ ਸਪੋਰਟ ਜਿਹੜੀ ਹੈਗੀ ਮਿਲ ਰਹੀ ਹੈ ਗੌਰਮੈਂਟਸ ਵੱਲੋਂ? ਦੇਖੋ ਜੀ, ਜਿਹੜੇ ਕੋਵਿਡ ਕ੍ਰਾਈਸਿਸ ਜਿਹੜੀਆਂ ਹੋਈਆਂ ਇਹਦੇ ਵਿੱਚ ਤਾਂ ਬਹੁਤ ਕਲੋਜ਼ ਇੰਟਰੈਕਸ਼ਨ ਰਹੀ ਆ ਇੱਥੋਂ ਦੀਆਂ ਕੰਪਨੀਆਂ ਦੀ ਤੇ ਫੈਡਰਲ ਸਰਕਾਰ ਦੀ ਤੇ ਪ੍ਰੋਵਿੰਸ਼ੀਅਲ ਸਰਕਾਰ ਦੀ ਵੀ। ਜਿੱਦਾਂ ਅਸੀਂ ਕੰਮ ਤੁਸੀਂ ਕਿਹਾ ਮੈਂ ਕਰਦੇ ਹਾਂ, ਸਾਨੂੰ ਵੈਬਕਾਸਟ ਮਿਲਦੇ ਰਹਿੰਦੇ ਆ, ਉਹਦੇ ਵਿੱਚ ਉਹ ਕਹਿੰਦੇ ਆ ਕਿ ਐਵਰੀ ਡੇ ਅਸੀਂ ਟੇਬਲ ਤੇ ਆ ਫੈਡਰਲ ਸਰਕਾਰ ਦੇ ਨਾਲ, ਤੇ ਉਹਦੇ ਕਰਕੇ ਹੀ ਆ ਜਿਹੜਾ ਤੁਸੀਂ ਦੇਖਿਆ ਹੋਣਾ $1.7 ਬਿਲੀਅਨ ਮਿਲਿਆ ਸਾਨੂੰ ਔਰਫਨ ਵੈਲਸ ਨੂੰ ਸਾਫ਼ ਕਰਨ ਦਾ, ਜਿੰਨਾ 5600 ਜੌਬਸ ਬਚੀਆਂ ਰਹਿਣਗੀਆਂ। ਫਿਰ 750 ਮਿਲੀਅਨ ਮਿਲਿਆ ਵਾ ਐਮਿਸ਼ਨਸ, ਮੈਥੇਨ ਐਮਿਸ਼ਨਸ, ਕਿਉਂਕਿ ਮੈਥੇਨ ਆ ਜਿਹੜੀ ਉਹ ਇਨਵਾਇਰਨਮੈਂਟ ਦੇ ਵਿੱਚ ਜਾਂਦੀ ਆ, ਉਹ ਕਾਰਬਨ ਨਾਲੋਂ 4 ਗੁਣਾ ਜ਼ਿਆਦਾ ਖਤਰਨਾਕ ਆ, ਰਾਈਟ। ਹੁਣ
ਇੱਕ ਪਾਸੇ ਲੈਕ ਹੋ ਰਹੀਆਂ ਕਿ ਉੱਥੇ ਸ਼ਾਇਦ ਕੰਪਨੀਆਂ ਵੀ ਨਹੀਂ ਆਪਦੇ ਆਪ ਨੂੰ ਇੰਨਾ ਬ੍ਰੌਡਕਾਸਟ ਕਰ ਸਕੀਆਂ ਤੇ ਸ਼ਾਇਦ ਸਰਕਾਰਾਂ ਨੇ ਵੀ ਉਹ ਕੋਈ ਟਾਸਕ ਗਰੁੱਪ ਨਹੀਂ ਬਣਾਏ ਜਿਹੜੀ ਜਿੱਦਾਂ ਮੈਂ ਗੱਲ ਕੀਤੀ ਇਨੋਵੇਸ਼ਨ ਨੂੰ ਸਪੋਰਟ ਹਜੇ ਤੱਕ ਉਨੀ ਨਹੀਂ ਮਿਲ ਰਹੀ ਉੱਥੇ ਜਿਹੜੀਆਂ ਕੰਪਨੀਆਂ ਨੇ ਉਹ ਸਟਰਗਲ ਕਰ ਰਹੀਆਂ ਨੇ ਕਿਉਂਕਿ ਦੇ ਨੀਡ ਮਨੀ ਰਾਈਟ ਜੇ ਸਰਕਾਰ ਸਟੈਪ ਅਪ ਕਰੂਗੀ ਤੇ ਉਹਨਾਂ ਨੂੰ ਇਨੋਵੇਸ਼ਨ ਦੀ ਪਾਰਟਨਰਸ਼ਿਪ ਬਣਾਊ ਜਿੱਦਾਂ ਪੀਟਰ ਲੋਹਿਡ ਨੇ ਕੀਤਾ ਸੀ ਤਾਂ ਹੋ ਸਕਦਾ ਐਸੀ ਟੈਕਨੋਲੋਜੀਜ਼ ਆ ਜਾਣ ਜਿਹੜੀਆਂ ਸਾਡੇ ਕਾਰਬਨ ਫੁੱਟਪ੍ਰਿੰਟ ਨੂੰ ਘਟਾ ਦੇਣ ਰਾਈਟ ਕੈਪੀਟਲ ਕਾਸਟ ਕਿਉਂਕਿ ਦੇਖੋ ਜੀ ਸਭ ਤੋਂ ਵੱਡੀ ਕੈਪੀਟਲ ਕਾਸਟ ਜਿਹੜੀ ਹੈਗੀ ਸਾਡੇ ਤੇਲ ਦੇ ਵਿੱਚ ਉਹ ਸਟੀਮ ਦੀ ਆ ਸਟੀਮ ਨੂੰ ਇੰਨਾ ਮਹਿੰਗਾ ਪ੍ਰੋਡਿਊਸ ਹੁੰਦੀ ਆ ਜੇ ਅਸੀਂ ਸਟੀਮ ਦੀ ਥਾਂ ਕੋਈ ਹੋਰ ਸੋਲਵੈਂਟ ਮਿਕਸ ਕਰਾਂਗੇ ਉਹਨਾਂ ਕੈਪੀਟਲ ਕਾਸਟ ਘਟ ਜੂਗੀ ਤਾਂ ਕੰਪਨੀਆਂ ਪ੍ਰੋਫਿਟੇਬਲ ਹੋ ਜਾਣਗੀਆਂ ਹੌਲੀ ਹੌਲੀ ਕੰਪਨੀਆਂ ਮੇ ਵੀ ਆਪ ਹੀ ਇਨੋਵੇਸ਼ਨ ਸ਼ੁਰੂ ਸੋ ਇੱਥੇ ਥੋੜੀ ਬਹੁਤੀਆਂ ਕੰਪਨੀਆਂ ਦੀ ਜਿਹੜੀ ਹੈਗੀ ਆ ਫਰਸਟ੍ਰੇਸ਼ਨ ਹੈਗੀ ਆ ਜਦ ਇਸ ਤਰ੍ਹਾਂ ਦੀ ਜਿਹੜੀ ਹੈਗੀ ਕਿ ਸੋਚ ਹੋਣੀ ਚਾਹੀਦੀ ਹੈਗੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੈਚੁਰਲੀ ਜਿਹੜੇ ਆਪਣੀ ਕਾਸਟ ਵੀ ਘਟਾਣੀ ਹੈਗੀ ਹੈ ਤੇ ਉਹਦੇ ਤਰੀਕੇ ਲੱਭਣੇ ਪੈਣਗੇ ਜੇ ਆਪਾਂ ਫੋਸਲ ਫਿਊਲ ਨੂੰ ਕੱਟਣਾ ਹੈਗਾ ਤੇ ਦੈਟ ਮੀਨਸ ਕਿ ਜੇ ਕੱਟਣਾ ਜ਼ਰੂਰੀ ਹੈਗਾ ਤੇ ਉਹਦੀ ਕਾਸਟ ਕਟਿੰਗ ਕਿੱਦਾਂ ਹੋ ਸਕਦੀ ਹੈਗੀ ਹੈ ਨਵੀਂ ਇਨੋਵੇਸ਼ਨ ਜਿਹੜੇ ਆਈਡੀਆ ਹੈਗੇ ਨੇ ਉਹ ਜਿਹੜੇ ਸਾਹਮਣੇ ਆਉਣੇ ਚਾਹੀਦੇ ਹੈਗੇ ਤੇ ਉਹਨੂੰ ਇਨਕਰੇਜ ਜਿਹੜਾ ਹੈਗਾ ਵੀ ਕਰਨਾ ਚਾਹੀਦਾ ਹੈਗਾ ਜਾਂਦੇ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਸਰਕਾਰਾਂ ਵੱਲੋਂ ਜਿਹੜੇ ਡਿਸੀਜਨ ਲਏ ਜਾ ਰਹੇ ਹੈਗੇ ਨੇ ਉਹ ਮਤਲਬ ਇਕਨੋਮਿਕਸ ਨੂੰ ਧਿਆਨ ਵਿੱਚ ਰੱਖ ਕੇ ਲਏ ਜਾ ਰਹੇ ਹੈਗੇ ਨੇ ਕਿ ਜਾਂ ਇਮੋਸ਼ਨਸ ਨੂੰ ਜਿਹੜੇ ਹੈਗੇ ਨੇ ਧਿਆਨ ਵਿੱਚ ਲੈ ਕੇ ਜਿਹੜੇ ਲਏ ਜਾ ਰਹੇ ਹੈਗੇ ਨੇ ਤੁਸੀਂ ਕੀ ਸਮਝਦੇ ਹੈਗੇ ਵੀ ਇਮੋਸ਼ਨਸ ਜ਼ਿਆਦਾ ਹੈਵੀ ਨੇ ਕਿ ਜਾਂ ਇਕਨੋਮਿਕਸ ਜਿਹੜੀ ਹੈਗੀ ਜ਼ਿਆਦਾ ਹੈਵੀ ਦੇਖੋ ਜੀ ਜਿਹੜੀਆਂ ਇਸ ਵਕਤ ਜਿਹੜੀ ਕੋਈ ਵੀ ਸਰਕਾਰ ਆ ਚਾਹੇ ਪ੍ਰੋਵਿੰਸ਼ੀਅਲ ਆ ਚਾਹੇ ਫੈਡਰਲ ਆ ਉਹ ਇੱਕ ਕਨੰਡਰਮ ਦੇ ਵਿੱਚ ਫਸੀਆਂ ਹੋਈਆਂ ਕਿਉਂਕਿ ਇੱਕ ਪਾਸੇ ਤਾਂ ਉਹਨਾਂ ਨੇ ਡਿਮਾਂਡ ਨੂੰ ਉੱਤੇ ਰੱਖਣਾ ਪਰ ਦੂਜੇ ਪਾਸੇ ਜਿਹੜੀ ਨਾਨ ਐਸੈਂਸ਼ੀਅਲ ਡਿਮਾਂਡ ਆ ਉਹਨੂੰ ਖਤਮ ਕਰਨਾ ਰਾਈਟ ਸੋ ਪ੍ਰੋਬਲਮ ਇਹ ਹੈਗੀ ਆ ਕਿ ਇਸ ਵਕਤ ਜੇ ਉਹ ਇਹ ਸਟੈਪ ਨਹੀਂ ਲੈਂਦੇ ਜਿੱਦਾਂ ਹੁਣ ਫੈਡਰਲ ਗਵਰਨਮੈਂਟ ਨੇ ਇੰਨੇ ਬਿਲੀਅਨ ਡਾਲਰ ਪਾਦਾ ਵਾ ਇਕਨੋਮੀ ਦੇ ਵਿੱਚ ਜਿਹੜੀ ਬੈਂਕ ਆਫ ਕੈਨੇਡਾ ਆਪਣੀ ਮੋਨਿਟਰੀ ਪਾਲਿਸੀ ਦੇ ਨਾਲ ਮੇਕ ਸ਼ੋਰ ਕਰ ਰਹੀ ਹੈ ਕਿ ਲਿਕੁਇਡਿਟੀ ਬਣੀ ਰਵੇ ਮਾਰਕੀਟ ਦੇ ਵਿੱਚ ਹੁਣ ਹੁੰਦਾ ਕੀ ਹੈ ਕਿ ਇਕਨੋਮੀ ਦੇ ਜੇ ਸਰਕਾਰਾਂ ਨਹੀਂ ਕਰਦੀਆਂ ਇਕਨੋਮੀ ਦਾ ਜਿਹੜਾ ਬਾਟਮ ਆ ਜੇ ਉਹ ਫੈਲ ਆਫ ਹੋ ਜਾਂਦਾ ਸਾਰੀ ਇਕਨੋਮੀ ਨੇ ਕੋਲੈਪਸ ਕਰ ਦੇਣਾ ਹੈਗਾ ਕਿਉਂਕਿ ਇਸ਼ੂਜ਼ ਇਸ ਵਕਤ ਇਹ ਨੇ ਕਿ ਅਸੀਂ ਅੱਜ ਨਹੀਂ ਦੇਖਣਾ ਅਸੀਂ ਕੱਲ ਦਾ ਵੀ ਦੇਖਣਾ ਜਿੱਦਾਂ ਮੈਂ ਕਿਹਾ ਨਾ ਫਿਊਚਰ ਨੂੰ ਲਿਆ ਕੇ ਜੇ ਇਹ ਸਭ ਕੁਝ ਨਾ ਹੋਵੇ ਅੱਜ ਵੀ ਆਮ ਬੰਦਾ ਜਿਹੜਾ ਕੰਜ਼ਿਊਮਰ ਆ ਉਹ ਅੱਜ ਸਟਰਗਲ ਕਰੂਗਾ ਪਰ ਜਿਸ ਦਿਨ ਅਸੀਂ ਲਾਕਡਾਊਨ ਖੋਲਦੇ ਤੇ ਉਸ ਦਿਨ ਜਿਹੜੀ ਕੰਜ਼ੰਪਸ਼ਨ ਆ ਉਹ ਕਿੱਥੋਂ ਹੋਊਗੀ ਜਦ ਉਹਨਾਂ ਕੋਲ ਪੈਸੇ ਹੀ ਨਹੀਂ ਗਏ ਬਿਲਕੁਲ ਉਹ ਗੱਲ ਇਹ ਹੈ ਕਿ ਅੱਜ ਇਹ ਪੈਸੇ ਦੇ ਕੇ ਅਸੀਂ ਮੇਕ ਸ਼ੋਰ ਕਰਦਾ ਕਿ ਜਿੱਦਣ ਲਾਕਡਾਊਨ ਖੁੱਲ ਗਿਆ ਉਸ ਦਿਨ ਡਿਮਾਂਡ ਇੱਕਦਮ ਆਪਣੇ ਆਪ ਨੈਚੁਰਲੀ ਪਿਕਅਪ ਕਰ ਜਾਵੇ ਰਾਈਟ ਇਸ ਕਰਕੇ ਸਟਿਮੂਲੇਟ ਕਰੀ ਰੱਖਣਾ ਇਕਨੋਮੀ ਨੂੰ ਬਹੁਤ ਇੰਪੋਰਟੈਂਟ ਆ ਚਾਹੇ ਉਹ ਜਿੱਦਾਂ ਆਪਾਂ ਕਿਹਾ ਜਿਹੜੇ ਐਮਰਜੈਂਸੀ ਰਿਲੀਫ ਬੈਨੀਫਿਟ ਦੇ ਰਹੇ ਆ ਜਾਂ ਵੇਜ ਸਬਸਿਡੀ ਦਿੱਤੀ ਜਾ ਰਹੀ ਆ ਕਿਉਂਕਿ ਵੇਜ ਸਬਸਿਡੀ ਦਾ ਵੀ ਇਹ ਆ ਜੇ ਅੱਜ ਲੋਕਾਂ ਦੀ ਜੌਬਸ ਜਾਣਗੀਆਂ ਨਾਟ ਓਨਲੀ ਉਹਦਾ ਇਸ਼ੂ ਇਹ ਹੋਣਾ ਕਿ ਲੋਕਾਂ ਨੇ ਖਰਚਾ ਘੱਟ ਕਰਨਾ ਬੈਂਕਰਪਸੀਜ਼ ਘਰ ਛੱਡੇ ਜਾਣੇ ਆ 2008 ਦੇ ਵਿੱਚ ਕਿੰਨੇ ਘਰ ਚਲੇ ਗਏ ਚੇਨ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈਗਾ ਥਰਡ ਮੈਂਟਲ ਇਸ਼ੂਜ਼ ਦੇਖੋ ਕਿੰਨੇ ਹੋਣਗੇ ਹੈਲਥ ਦੇ ਉੱਤੇ ਕਿੰਨਾ ਅਸਰ ਪਊ ਲੋਕ ਡਿਪਰੈਸ਼ਨ ਜਾ ਸਕਦੇ ਨੇ ਰਾਈਟ ਤੇ ਇਸ ਕਰਕੇ ਇਹ ਸਭ ਕੁਝ ਕਰਨਾ ਐਸੈਂਸ਼ੀਅਲ ਸੀਗਾ ਸਰਕਾਰ ਇਸ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਸੀਗਾ ਕਿਉਂਕਿ ਜਿੱਦਾਂ ਮੈਂ ਕਿਹਾ ਜੀ ਇਕਨੋਮੀ ਦੇ ਵਿੱਚੋਂ ਬਿਲਕੁਲ ਉਹ ਕਿਕ ਬੈਕ ਸਟਿਮੂਲਸ ਅਸੀਂ ਕੱਢ ਲੈਂਦੇ ਸਟਾਲ ਕਰ ਜਾਣਾ ਸੀ ਸਾਨੂੰ ਪਤਾ ਵਾ ਕਿ ਮੇਰੀ ਕਾਰ ਅੱਜ ਇੱਥੇ ਖੜ ਗਈ ਆ ਠੀਕ ਹੈ ਨਾ ਮੈਨੂੰ ਪਤਾ ਕਿ ਗੈਸ ਪੰਪ ਇੱਥੋਂ ਸਿਰਫ 1 ਮੀਲ ਤੇ ਪਰ ਉਦੋਂ ਤੱਕ ਮੈਨੂੰ ਧੱਕਾ ਲਗਾ ਕੇ ਉੱਥੇ ਲਿਜਾਣੀ ਪੈਣੀ ਉਦੋਂ ਬਾਅਦ ਤੇਲ ਪੈ ਗਿਆ ਉਹਨੇ ਆਪੇ ਭੱਜ ਲੈਣਾ ਅੱਜ ਸਰਕਾਰ ਦਾ ਉਹੀ ਰੋਲ ਆ ਕਿ ਇਕਨੋਮੀ ਦੀ ਕਾਰ ਖੜ ਚੁੱਕੀ ਆ ਸਰਕਾਰ ਨੂੰ ਧੱਕਾ ਲਾ ਕੇ ਉੱਥੇ ਤੱਕ ਲੈ ਕੇ ਜਾਣਾ ਜਦੋਂ ਉੱਥੇ ਪਹੁੰਚ ਗਈ ਤੇ ਫਿਰ ਠੀਕ ਹੈ ਹਾਂਜੀ ਕਿਉਂਕਿ ਜੇ ਜੌਬਾਂ ਵੀ ਜਾਂਦੀਆਂ ਅੱਜ ਦੇਖੋ ਜੀ ਉਹਦਾ ਅਸਰ ਇਹ ਵੀ ਆ ਕਿ ਉਹਦੇ ਤਾਂ ਸਰਕਾਰ ਤੇ ਵੀ ਅਸਰ ਪੈਣਾ ਕਿਉਂਕਿ ਉਹਨਾਂ ਦੇ ਰੈਵਨਿਊ ਸੋਰਸ ਘਟੀ ਜਾਣੇ ਆ ਰਾਈਟ ਟੈਕਸੇਸ਼ਨ ਜਦੋਂ ਘਟ ਰਹੀ ਆ ਤੇ ਸੋ ਇਹੀ ਗੱਲ ਹੈਗੀ ਆ ਦੋਸਤੋ ਮੇਰੇ ਕੋਲ ਸਵਾਲ ਬੜੇ ਨੇ ਆਇਲ ਐਂਡ ਗੈਸ ਨੂੰ ਲੈ ਕੇ ਤੇ ਰਾਜਨ ਹੋਰਾਂ ਕੋਲ ਜਾਣਕਾਰੀ ਬੜੀ ਹੈਗੀ ਆ ਤੇ ਪਰ ਮੈਨੂੰ ਲੱਗਦਾ ਪ੍ਰੋਗਰਾਮ ਸਾਡਾ ਥੋੜਾ ਜਿਹਾ ਲੰਬਾ ਹੋਈ ਜਾ ਰਿਹਾ ਹੈਗਾ ਤੇ ਪਰ ਫਿਰ ਵੀ ਰਾਜ ਜੀ ਤੁਹਾਨੂੰ ਦਰਖਾਸਤ ਕਰਾਂਗੇ ਕਿ ਫਿਰ ਵੀ ਆਪਾਂ ਆਉਂਦੇ ਦਿਨਾਂ ਦੇ ਵਿੱਚ ਵੀ ਇਸ ਟੌਪਿਕ ਨੂੰ ਜਾਰੀ ਰੱਖੀਏ ਤੇ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਕਰੀਏ ਤਾਂ ਕਿ ਲੋਕਾਂ ਤੱਕ ਜਿਹੜੀ ਹੈ ਇਨਫੋਰਮੇਸ਼ਨ ਪਹੁੰਚੇ ਹੈ ਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੱਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈਗੀ ਆ ਹਾਂਜੀ ਨਹੀਂ ਜੀ ਐਨੀ ਟਾਈਮ ਤੁਹਾਨੂੰ ਹੈਗਾ ਕੋਈ ਵੀ ਹੋਵੇ ਮਤਲਬ ਟੌਪਿਕ ਤੇ ਆਈ ਐਮ ਗਲੈਡ ਕਿ ਟੂ ਕਮ ਐਂਡ ਸ਼ੇਅਰ ਵਿਦ ਦ ਲਿਸਨਰਸ ਤੇ ਬਾਕੀਆਂ ਸਾਰਿਆਂ ਨੂੰ ਮੈਂ ਇਹੀ ਕਹਿਣਾ ਕਿ ਟਾਈਮਸ ਆਰ ਟਫ ਪਰ ਅਸੀਂ ਅਲਬਰਟਨ ਆ ਅਲਬਰਟਨਸ ਬਾਰੇ ਕਈ ਗੱਲ ਕਹੀ ਜਾਂਦੀ ਹੈ ਕਿ ਅਲਬਰਟਨਸ ਆਰ ਦ ਮੋਸਟ ਰੈਜ਼ਿਲੀਐਂਟ ਪੀਪਲ ਐਂਡ ਵੀ ਵਿਲ ਫਾਈਟ ਬੈਕ ਹੈ ਨਾ ਸੋ ਟਾਈਮ ਅੱਜ ਸ਼ਾਇਦ ਸਾਨੂੰ ਲੱਗ ਰਿਹਾ ਕਿ ਕਾਲੇ ਬੱਦਲ ਛਾਏ ਹੋਏ ਨੇ ਪਰ ਡੈਫੀਨਿਟਲੀ ਟਰਸਟ ਮੀ 2-3 ਮਹੀਨੇ 4 ਇੱਕ ਨਾ ਇੱਕ ਦਿਨ ਉਹ ਸੂਰਜ ਫੇਰ ਤੋਂ ਚੜ੍ਹਨਾ ਸੋ ਥੈਂਕ ਯੂ ਫॉर ਹੈਵਿੰਗ ਮੀ ਤੁਸੀਂ ਟਾਈਮ ਦਿੱਤਾ ਤੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਮੇਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ